ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੁਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨ ਭਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ ਸੋਰਠ
ਮਹੱਲਾ ਪਹਿਲਾ। ਪਹਿਲਾ ਦੋ ਤੁਕੀ। ਤੂੰ ਗੁਣ ਦਾਤੋ ਨਿਰਮਲੋ ਭਾਈ। ਨਿਰਮਲ ਨਾ ਮਨ ਹੋਇ। ਹਮ ਅਪਰਾਧੀ ਨਿਰਗੁਣੇ ਭਾਈ। ਤੁਝ ਹੀ ਤੇ ਗੁਣ ਸੋਇ। ਤੂੰ ਗੁਣ ਦਾਤੋ ਨਿਰਮਲੋ ਭਾਈ। ਨਿਰਮਲ ਨਾ ਮਨ ਹੋਇ। ਹਮ ਅਪਰਾਧੀ ਨਿਰਗੁਣੇ ਭਾਈ। ਤੁਝ ਹੀ ਤੇ ਗੁਣ ਸੋਇ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ। ਹਉ ਪਾਪੀ ਪਾਖੰਡੀਆ ਭਾਈ। ਮਨ ਤਨ ਨਾਮ ਵਸੇਖ। ਰਹਾਉ। ਸੋਰਠ ਮਹੱਲਾ ਪਹਿਲਾ। ਪਹਿਲਾ ਦੋ ਤੁਕੀ। ਤੂੰ ਗੁਣ ਦਾਤੋ ਨਿਰਮਲੋ ਭਾਈ। ਨਿਰਮਲ ਨਾ ਮਨ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਿਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਆਪਾਂ ਸ਼ਬਦ ਦੀਆਂ ਕੁਝ ਪੰਕਤੀਆਂ ਸਰਵਣ ਕੀਤੀਆਂ ਹਨ। ਸੋਰਠ ਰਾਗ ਦੇ ਅੰਦਰ ਪ੍ਰਥਮ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਸੋਰਠ ਰਾਗ ਦੇ ਅੰਦਰ ਸਤਿਗੁਰਾਂ ਦਾ ਇਹ ਅਖੀਰਲਾ ਸ਼ਬਦ ਹੈ, ਜੋ ਕਿ ਅਸ਼ਟਪਦੀਆਂ ਰੂਪ ਦੇ ਅੰਦਰ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਬਚਨ ਕਰਦੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਦੀ ਸਿਫਤ, ਉਹਦੀ ਵਡਿਆਈ ਅਤੇ ਉਹ ਪਰਮਾਤਮਾ ਦੇ ਅੱਗੇ ਆਪਾਂ ਬੇਨਤੀਆਂ ਕਿਵੇਂ ਕਰਨੀਆਂ, ਅਰਦਾਸਾਂ ਕਿਵੇਂ ਕਰਨੀਆਂ, ਆਪਣਾ ਆਪਾ ਭਾਵ ਛੱਡ ਕੇ, ਆਪਣੀ ਸਿਆਣਪ ਅਤੇ ਚਤੁਰਾਈ ਨੂੰ ਛੱਡ ਕੇ, ਨਿਮਰਤਾ ਦੇ ਵਿੱਚ ਆ ਕੇ ਗੁਰੂ ਅਤੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਨੀਆਂ ਹਨ, ਜਿਹਦੇ ਦੁਆਰਾ ਸਾਡਾ ਮਨ ਨਿਰਮਲ ਹੋ ਜਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨਿਰਮਲ ਹੋਇਆ ਮਨ ਹੀ ਫਿਰ ਸੁੰਦਰ ਬਣਦਾ ਹੈ। ਅਤੇ ਜਦੋਂ ਮਨ ਸੁੰਦਰ ਹੋ ਜਾਏ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਸੁੰਦਰ ਮਨ ਦੇ ਉੱਤੇ ਫਿਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਮਜੀਠੀ ਰੰਗ ਹੈ ਉਹ ਚੜ੍ਹਦਾ, ਜਿਹੜਾ ਰੰਗ ਕਦੇ ਉਤਰਦਾ ਨਹੀਂ। ਫਿਰ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਹਦਾ ਮਨ ਸੁੰਦਰ ਹੋ ਜਾਏ, ਨਿਰਮਲ ਹੋ ਜਾਏ, ਉਹ ਫਿਰ ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਨੂੰ ਛੱਡ ਕੇ ਹੋਰ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਅਰਾਧਨਾ ਨਹੀਂ ਕਰਦਾ। ਇਸੇ ਪ੍ਰਕਾਰ ਹੀ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਉਹਦੇ ਨਾਮ ਦੁਆਰਾ ਅਤੇ ਉਹਦੇ ਭਜਨ ਦੁਆਰਾ ਇਹ ਸਰੀਰ ਦੇ ਅੰਦਰ ਹੀ ਤੀਰਥ ਬਣ ਜਾਂਦਾ ਹੈ। ਇਸੇ ਪ੍ਰਕਾਰ ਹੀ ਇਸ ਪਾਵਨ ਸ਼ਬਦ ਦੇ ਅੰਦਰ ਨਾਮ ਦੀ ਮਹਿਮਾ ਬਿਆਨ ਕਰਦਿਆਂ ਸਤਿਗੁਰਾਂ ਨੇ ਬਚਨ ਕਹੇ ਹਨ ਕਿ ਜਿਵੇਂ ਬਹੁਤੀਆਂ ਲੱਕੜਾਂ ਨੂੰ ਇਕੱਠਿਆਂ ਕਰਕੇ ਅਤੇ ਉਹਨਾਂ ਨੂੰ ਸਾੜਨ ਵਾਸਤੇ ਇੱਕ ਛੋਟੀ ਜਿਹੀ ਅੱਗ ਦੀ ਚਿੰਗਿਆੜੀ ਬਹੁਤ ਹੁੰਦੀ ਹੈ, ਇਸੇ ਪ੍ਰਕਾਰ ਹੀ ਨਾਮ ਦਾ ਮਹੱਤਮ ਹੈ ਕਿ ਚਾਹੇ ਸਾਡੇ ਗੁਨਾਹ ਪਾਪ ਬੇਅੰਤ ਹਨ, ਗਿਣੇ ਨਹੀਂ ਜਾ ਸਕਦੇ, ਪਰ ਪਰਮੇਸ਼ਰ ਦਾ ਨਾਮ ਐਸੀ ਸਮਰੱਥਾ ਵਾਲਾ ਹੈ ਕਿ ਜੇ ਇਨਸਾਨ ਇਸ ਨੂੰ ਜਪਣ ਲੱਗ ਜਾਏ ਅਤੇ ਸਾਰੇ ਹੀ ਇਹਦੇ ਗੁਨਾਹ ਪਾਪ ਜਿਹੜੇ ਆ ਉਹ ਸੜ ਕੇ ਸਵਾਹ ਹੋ ਜਾਂਦੇ ਹੈ। ਇਸ ਪ੍ਰਕਾਰ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਕਰਦੇ ਹੈ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਭਾਈ, ਮਨ ਤਨ ਨਾਮ ਵਸੇਖ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਪ੍ਰੀਤਮਾ, ਹੇ ਮੇਰੇ ਪਿਆਰੇ ਵਾਹਿਗੁਰੂ ਪਰਮੇਸ਼ਰ, ਤੂੰ ਕਰਤਾ ਹੈ। ਜਿੰਨੀ ਵੀ ਇਹ ਸ੍ਰਿਸ਼ਟੀ ਹੈ ਇਸ ਦਾ ਤੂੰ ਕਰਤਾ ਹੈ ਅਤੇ ਉਸ ਨੂੰ ਕਰਕੇ ਵੇਖ ਰਿਹਾ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਰਤਾ ਆਖਿਆ। ਮੂਲ ਮੰਤਰ ਦੇ ਅੰਦਰ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ ਹੈ ਕਰਤਾ ਪੁਰਖ, ਕਿ ਜਿੰਨੀ ਆਪਾਂ ਨੂੰ ਸ੍ਰਿਸ਼ਟੀ ਦਿਸ ਰਹੀ ਹੈ ਜਾਂ ਜਿਹੜੀ ਨਹੀਂ ਦਿਸ ਰਹੀ, ਅਣਦਿਸਦੀ ਸ੍ਰਿਸ਼ਟੀ ਹੈ ਸੂਖਮ ਰੂਪ ਦੇ ਅੰਦਰ, ਉਹ ਸਾਰੀ ਨੂੰ ਸਿਰਜਣ ਵਾਲਾ ਜਿਹੜਾ ਹੈ ਉਹ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਇਸ ਸੰਸਾਰ ਦੇ ਅੰਦਰ ਪੁਰਾਤਨ ਸਮੇਂ ਤੋਂ ਜੋ ਵੇਦ ਸ਼ਾਸਤਰਾਂ ਦੇ ਅੰਦਰ ਇਸ ਸ੍ਰਿਸ਼ਟੀ ਦੀ ਬਾਬਤ ਵੱਖੋ ਵੱਖਰਾ ਸਿਧਾਂਤ ਉਹਨਾਂ ਨੇ ਪ੍ਰਗਟ ਕੀਤਾ। ਕਿਸੇ ਨੇ ਦੱਸਿਆ ਵੀ ਸ੍ਰਿਸ਼ਟੀ ਜਿਹੜੀ ਹੈ ਇਹ ਪਹਿਲਾਂ ਪਰਮੇਸ਼ਰ ਨੇ ਬ੍ਰਹਮਾ ਜੀ ਪੈਦਾ ਕੀਤੇ ਕਮਲ ਦੀ ਨਾਭੀ ਦੇ ਵਿੱਚੋਂ, ਅਤੇ ਉਹਨਾਂ ਤੋਂ ਅੱਗੇ ਫਿਰ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਹੋਈ। ਇਸੇ ਪ੍ਰਕਾਰ ਹੀ ਕਿਸੇ ਨੇ ਹਿਰਨ ਗਰਭ ਦੇ ਵਿੱਚੋਂ ਕਿ ਇੱਕ ਆਂਡਾ ਬਹੁਤ ਵੱਡਾ ਸਵਰਨ ਆਂਡਾ ਸੋਨੇ ਦਾ, ਉਹਦੇ ਵਿੱਚੋਂ ਫਿਰ ਇੱਕ ਜੀਵ ਪੈਦਾ ਹੋਇਆ, ਉਸ ਤੋਂ ਅੱਗੇ ਸ੍ਰਿਸ਼ਟੀ ਪੈਦਾ ਹੋਈ। ਜਾਂ ਇਸੇ ਪ੍ਰਕਾਰ ਕਿਸੇ ਨੇ ਅਣੂਆਂ ਅਤੇ ਪਰਮਾਣੂਆਂ ਤੋਂ ਸ੍ਰਿਸ਼ਟੀ ਦੀ ਪੈਦਾਇਸ਼ ਮੰਨੀ, ਪਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਰਣਾ ਕਰ ਦਿੱਤਾ
ਜਦੋਂ ਸਿੱਧਾ ਨੇ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ ਇਹ ਸ੍ਰਿਸ਼ਟੀ ਨੂੰ ਰਚਣ ਵਾਲਾ, ਇਸ ਸ੍ਰਿਸ਼ਟੀ ਨੂੰ ਕਿਵੇਂ ਬਣਾਇਆ ਗਿਆ, ਕਿਸ ਤਰੀਕੇ ਦੇ ਨਾਲ ਇਹ ਰਚਨਾ ਕੀਤੀ ਗਈ ਹੈ, ਤਾਂ ਸਤਿਗੁਰਾਂ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਉੱਤਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਸਤਿਗੁਰੂ ਜੀ ਕਹਿੰਦੇ ਇਹਦਾ ਕੋਈ ਨਿਰਣਾ ਨਹੀਂ ਕਰ ਸਕਦਾ ਕਿ ਕਿਵੇਂ ਉਸ ਨੇ ਰਚਨਾ ਕੀਤੀ ਹੈ, ਕਿਵੇਂ ਸ੍ਰਿਸ਼ਟੀ ਬਣਾਈ ਹੈ। ਇਹ ਤਾਂ ਜਾਂ ਕਰਤਾ ਪਰਮੇਸ਼ਰ ਵਾਹਿਗੁਰੂ ਹੀ ਜਾਣ ਸਕਦਾ ਹੈ, ਜਿਸ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ। ਜਾਂ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਪਰ ਸਤਿਗੁਰੂ ਜੀ ਫਿਰ ਅੱਗੇ ਦੱਸਦੇ ਆ, ਕਿਵ ਕਰ ਆਖਾਂ ਸਾਲਾਹੀ ਹੈ। ਕਿਵੇਂ ਦਸੀਏ, ਨਹੀਂ ਦੱਸਿਆ ਜਾ ਸਕਦਾ, ਕਿ ਉਹ ਪਰਮੇਸ਼ਰ ਵਾਹਿਗੁਰੂ ਹੀ ਜਾਣਦਾ ਕਿ ਉਸ ਨੇ ਕਿਵੇਂ ਇਹ ਸਾਰੀ ਰਚਨਾ ਬ੍ਰਹਿਮੰਡ ਖੰਡ ਰਚੇ ਹੈ, ਉਹੀ ਜਾਣਦਾ। ਤੇ ਇਨਸਾਨ ਦਾ ਇਸ ਧਰਤੀ 'ਤੇ ਆਉਣ ਦਾ ਮਕਸਦ ਇਹ ਨਹੀਂ ਹੈ ਕਿ ਸ੍ਰਿਸ਼ਟੀ ਕਿਵੇਂ ਰਚੀ ਗਈ, ਇਹ ਜੂਨਾਂ ਕਿਵੇਂ ਬਣ ਗਈਆਂ, ਇਹ ਪਹਾੜ ਨਦੀਆਂ ਨਾਲੇ ਕਿਵੇਂ ਬਣ ਗਏ। ਇਨਸਾਨ ਦਾ ਇਸ ਧਰਤੀ 'ਤੇ ਜਨਮ ਧਾਰਨ ਦਾ ਮਕਸਦ ਹੈ ਕਿ ਜੋ ਬਣਾਉਣ ਵਾਲਾ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ, ਇਹ ਇਨਸਾਨ ਦਾ ਮਕਸਦ ਹੈ। ਇਸ ਪ੍ਰਕਾਰ ਕਿਸੇ ਵਿਦਵਾਨ ਨੇ ਬੜੀ ਸੋਹਣੀ ਇੱਕ ਗੱਲ ਲਿਖੀ। ਉਹ ਕਹਿੰਦਾ, ਸ੍ਰਿਸ਼ਟੀ ਦੀ ਰਚਨਾ ਇੱਕ ਉਹ ਕਿਤਾਬ ਹੈ ਜਿਹਦਾ ਨਾ ਆਦ ਵਾਲਾ ਪੰਨਾ ਹੈ, ਨਾ ਅਖੀਰ ਵਾਲਾ ਪੰਨਾ ਹੈ। ਕਿ ਸ੍ਰਿਸ਼ਟੀ ਦੀ ਰਚਨਾ ਇੱਕ ਉਹ ਕਿਤਾਬ ਹੈ ਜਿਸ ਦਾ ਨਾ ਕੋਈ ਮੋਢੀ ਦੱਸ ਸਕਦਾ ਕਿ ਕਦੋਂ ਅਤੇ ਕਿਵੇਂ ਬਣੀ ਹੈ, ਅਤੇ ਨਾ ਹੀ ਕੋਈ ਇਹ ਦੱਸ ਸਕਦਾ ਵੀ ਇਸ ਨੇ ਕਦੋਂ ਖਤਮ ਹੋ ਜਾਣਾ, ਕੁਝ ਵੀ ਨਹੀਂ ਰਹਿਣਾ। ਇਹ ਦੋਹੇਂ ਗੱਲਾਂ ਨੂੰ ਹੀ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਤੂੰ ਕਰਤਾ ਕਰ ਵੇਖ। ਪਰਮੇਸ਼ਰ ਵਾਹਿਗੁਰੂ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਅਤੇ ਫਿਰ ਉਸ ਨੂੰ ਕਰਕੇ ਤੂੰ ਵੇਖ ਰਿਹਾ। ਜਿੰਨੇ ਜੀਵ ਤੂੰ ਬਣਾਏ ਹੈ, ਜਿੰਨੀ ਰਚਨਾ ਕੀਤੀ ਹੈ, ਸਭ ਨੂੰ ਵੇਖਣ ਵਾਲਾ ਵੀ ਹੈ। ਹਉ ਪਾਪੀ ਪਾਖੰਡੀਆ ਭਾਈ। ਸਤਿਗੁਰੂ ਜੀ ਕਹਿੰਦੇ, ਸਾਡਾ ਸੁਭਾਅ ਹੈ ਪਰਮੇਸ਼ਰ ਵਾਹਿਗੁਰੂ, ਇਸ ਜੀਵ ਦਾ ਜਿਹੜਾ ਸੁਭਾਅ ਹੈ ਉਹ ਪਾਪੀ ਹੈ ਅਤੇ ਪਖੰਡ ਨੂੰ ਕਰਨ ਵਾਲਾ ਹੈ। ਮਨ ਤਨ ਨਾਮ ਵਸੇਖ। ਪਰ ਸਾਡੇ ਮਨ ਅਤੇ ਤਨ ਦੇ ਵਿੱਚ ਜੇ ਕਿਤੇ ਤੇਰਾ ਨਾਮ ਪਰਮੇਸ਼ਰ ਵਾਹਿਗੁਰੂ ਵਸ ਜਾਵੇ ਵਿਸ਼ੇਸ਼ ਰੂਪ ਦੇ ਅੰਦਰ, ਤੇ ਫਿਰ ਜੀਵਨ ਦੀ ਸਫਲਤਾ ਹੈ। ਇਸ ਪ੍ਰਕਾਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਾਨੂੰ ਸ਼ੁਭ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਪਹਿਲਾ ਦੋ ਤੁਕੀ। ਤੂੰ ਗੁਣ ਦਾਤੋ ਨਿਰਮਲੋ ਭਾਈ, ਨਿਰਮਲ ਨਾ ਮਨ ਹੋਇ। ਸੋਰਠ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਇੱਥੇ ਸਤਿਗੁਰਾਂ ਨੇ ਦੋ ਵਾਰੀ ਸ਼ਬਦ ਵਰਤਿਆ, ਮਹੱਲਾ ਪਹਿਲਾ, ਫਿਰ ਅੱਗੇ ਲਿਖਿਆ ਪਹਿਲਾ। ਇੱਕ ਅੰਕ ਦੇ ਅੰਦਰ ਹੈ, ਦੂਸਰਾ ਸ਼ਬਦਾਂ ਦੇ ਅੰਦਰ ਲਿਖਿਆ। ਇਸ ਦਾ ਭਾਵ ਇਹ ਹੈ ਕਿ ਜਿੱਥੇ ਵੀ ਮਹੱਲਾ ਸ਼ਬਦ ਦੇ ਨਾਲ ਕੋਈ ਅੰਕ ਆਉਂਦਾ ਹੈ, ਉਸ ਨੂੰ ਇੱਕ ਜਾਂ ਏਕਾ ਨਹੀਂ ਪੜ੍ਹਨਾ, ਉਸ ਨੂੰ ਪਹਿਲਾ ਪੜ੍ਹਨਾ ਹੈ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ 2, 3, 4 ਇਹ ਉਚਾਰਨ ਨਹੀਂ ਕਰਨੇ। ਇਸ ਤੋਂ ਇਹ ਭਾਵ ਸੰਪਰਦਾਵਾਂ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਸੋਰਠ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਚਾਰਨ ਕਰਦੇ ਆ ਦੋ ਤੁਕੀ। ਦੋ ਦੋ ਤੁਕਾਂ ਵਾਲੇ ਜਿਹੜੇ ਪਦ ਹੈ ਇਸ ਸ਼ਬਦ ਦੇ ਅੰਦਰ ਆਉਣਗੇ। ਸਤਿਗੁਰੂ ਜੀ ਬਚਨ ਕਰਦੇ ਆ, ਤੂੰ ਗੁਣ ਦਾਤੋ ਨਿਰਮਲੋ ਭਾਈ। ਭਾਈ ਦਾ ਅਰਥ ਹੈ ਭਾਉਣ ਵਾਲਾ।
ਜਿਹੜਾ ਸਭ ਨੂੰ ਭਾਉਂਦਾ ਹੈ। ਜੋ ਭਾਉਣ ਵਾਲਾ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਇੱਥੇ ਭਾਈ ਦਾ ਅਰਥ ਪਰਮਾਤਮਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬੇਅੰਤ ਸ਼ਬਦ ਜਿਹੜੇ ਹਨ ਉਹਨਾਂ ਦੇ ਅਰਥ ਪ੍ਰਕਰਨ ਦੇ ਅਨੁਸਾਰ ਬਦਲ ਜਾਂਦੇ ਹੈ। ਇਸ ਪ੍ਰਕਾਰ ਇੱਥੇ ਇਸ ਭਾਈ ਦਾ ਅਰਥ ਹੈ ਜੋ ਸਭ ਨੂੰ ਭਾਉਣ ਵਾਲਾ, ਚੰਗਾ ਲੱਗਣ ਵਾਲਾ, ਸਭ ਦੇ ਮਨ ਨੂੰ ਭਾ ਜਾਏ ਜਿਹੜਾ, ਉਹ ਕੀ ਹੈ? ਬ੍ਰਹਮ ਪਰਮੇਸ਼ਰ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ, ਹੇ ਸਭ ਨੂੰ ਭਾਉਣ ਵਾਲੇ ਬ੍ਰਹਮ ਪਰਮੇਸ਼ਰ ਵਾਹਿਗੁਰੂ, ਤੂੰ ਗੁਣ ਦਾਤੋ ਨਿਰਮਲੋ, ਤੂੰ ਗੁਣਾਂ ਦਾ ਦਾਤਾ ਹੈ। ਫਿਰ ਤੂੰ ਨਿਰਮਲੋ ਕਹੀਏ, ਉੱਜਲ ਸਰੂਪ ਹੈ ਤੇਰਾ, ਤੇਰੇ ਅੰਦਰ ਮਾਇਆ ਦੀ ਕਾਲਖ ਨਹੀਂ ਹੈ, ਸ਼ੁੱਧ ਸਰੂਪ ਹੈ ਤੇਰਾ। ਨਿਰਮਲ ਨਾ ਮਨ ਹੋਏ, ਪਰ ਸਾਡਾ ਮਨ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਨਿਰਮਲ ਨਹੀਂ ਹੋ ਰਿਹਾ। ਸਾਡੇ ਮਨ ਦੇ ਵਿੱਚੋਂ ਜਿਹੜੀ ਮਲੀਨਤਾ ਉਹ ਨਾਸ ਨਹੀਂ ਹੋ ਰਹੀ। ਅਤੇ ਜਿੰਨਾ ਚਿਰ ਮਨ ਮੈਲਾ ਹੈ, ਮਨ ਮੈਲਾ ਹਰ ਨਿਰਮਲਾ, ਕਿਉ ਕਰ ਮਿਲਿਆ ਜਾਏ। ਮਨ ਸਾਡਾ ਮੈਲਾ, ਹਰੀ ਪਰਮੇਸ਼ਰ ਨਿਰਮਲ ਹੈ, ਫਿਰ ਮਿਲਾਪ ਕਿਵੇਂ ਹੋਵੇ? ਮਿਲਾਪ ਹੋ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਕਿ ਤੂੰ ਗੁਣਾਂ ਦਾ ਦਾਤਾ ਹੈ ਪਰਮੇਸ਼ਰ, ਤੂੰ ਗੁਣ ਦਾਤੋ ਨਿਰਮਲੋ, ਅਤੇ ਤੂੰ ਸ਼ੁੱਧ ਸਰੂਪ ਹੈ। ਜੇ ਤੂੰ ਗੁਣਾਂ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦੇਵੇਂ, ਫਿਰ ਸਾਡਾ ਜਿਹੜਾ ਮਨ ਹੈ, ਮੈਲਾ ਮਨ ਹੈ ਜਿਹੜਾ, ਉਹ ਵੀ ਨਿਰਮਲ ਅਤੇ ਉੱਜਲ ਹੋ ਜਾਏਗਾ। ਹਮ ਅਪਰਾਧੀ ਨਿਰਗੁਣੇ ਭਾਈ, ਤੁਝ ਹੀ ਤੇ ਗੁਣ ਸੋਏ। ਸਤਿਗੁਰੂ ਜੀ ਕਹਿੰਦੇ, ਹੇ ਭਾਈ, ਹੇ ਸਭ ਨੂੰ ਭਾਉਣ ਵਾਲੇ ਪਰਮੇਸ਼ਰ ਵਾਹਿਗੁਰੂ, ਅਸੀਂ ਤੇ ਅਪਰਾਧੀ ਹਾਂ। ਸਾਡਾ ਤੇ ਸੁਭਾਅ ਜਿਹੜਾ ਅਪਰਾਧ ਕਰਨ ਵਾਲਾ, ਗੁਨਾਹ ਕਰਨ ਵਾਲਾ ਹੈ। ਨਿਰਗੁਣੇ, ਫਿਰ ਗੁਣਾਂ ਤੋਂ ਵੀ ਸੱਖਣੇ ਹੈ, ਗੁਣ ਵੀ ਕੋਲੇ ਕੋਈ ਨਹੀਂ। ਤੁਝ ਹੀ ਤੇ ਗੁਣ ਸੋਏ, ਤੇਰੇ ਤੋਂ ਹੀ ਪਰਮੇਸ਼ਰ ਵਾਹਿਗੁਰੂ ਸਾਨੂੰ ਗੁਣ ਜਿਹੜੇ ਹੈ ਉਹ ਪ੍ਰਾਪਤ ਹੋਣੇ ਹੈ। ਕਿ ਤੂੰ ਹੀ ਪਰਮੇਸ਼ਰ ਵਾਹਿਗੁਰੂ ਨਿਰਗੁਣਿਆਂ ਨੂੰ ਗੁਣ ਜਿਹੜੇ ਹੈ ਉਹ ਬਖਸ਼ਣ ਵਾਲਾ ਹੈ। ਕਿ ਤੂੰ ਜਿਨ੍ਹਾਂ ਦੇ ਅੰਦਰ ਕੋਈ ਵੀ ਗੁਣ ਨਹੀਂ ਹੈ, ਤੂੰ ਉਹਨਾਂ ਦੇ ਅੰਦਰ ਭਗਤੀ ਦੇ, ਸੱਤ ਦੇ, ਸੰਤੋਖ ਦੇ, ਸਿਮਰਨ ਦੇ ਗੁਣ ਜਿਹੜੇ ਆ ਉਹ ਪੈਦਾ ਕਰ ਦੇਣਾ। ਕਿਉਂਕਿ ਗੁਣ ਜਿਹੜੇ ਹੈ, ਗੁਣਾਂ ਦੇ ਨਾਲ ਹੀ ਸਾਡਾ ਜੀਵਨ ਜਿਹੜਾ ਉਹ ਸੁੰਦਰ ਅਤੇ ਸੁਖੀ ਬਣਦਾ। ਅਤੇ ਗੁਣਾਂ ਕਰਕੇ ਹੀ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੈ। ਅਤੇ ਗੁਣਾਂ ਦੇ ਨਾਲ ਹੀ ਗਿਆਨ ਜਿਹੜਾ ਉਹਦੀ ਪੈਦਾਇਸ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ ਕਿ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਇਕੱਠਿਆਂ ਕਰ। ਇਹ ਜੀਵ ਗੁਣ ਜਿਹੜੇ ਆ ਜਿੱਥੋਂ ਵੀ ਮਿਲਦੇ ਉਹਨਾਂ ਨੂੰ ਗ੍ਰਹਿਣ ਕਰ, ਔਗਣ ਜਿਹੜੇ ਉਹਨਾਂ ਦਾ ਤਿਆਗ ਕਰ ਦੇ। ਸਿੱਖ ਦੀ ਬਿਰਤੀ ਵਿਦਵਾਨਾਂ ਨੇ ਦੱਸੀ ਹੈ ਕਿ ਸਾਡੇ ਘਰਾਂ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਘਰਾਂ 'ਚ ਵਰਤਦੇ ਹਾਂ। ਇੱਕ ਹੁੰਦਾ ਛੱਜ ਅਤੇ ਇੱਕ ਹੁੰਦੀ ਹੈ ਛਾਨਣੀ। ਛੱਜ ਦੇ ਨਾਲ ਆਪਾਂ ਕੀ ਕਰਦੇ ਹਾਂ? ਛੱਜ ਦੇ ਨਾਲ ਦਾਣੇ ਪਾ ਕੇ ਉਹਦੇ ਵਿੱਚ ਛੱਟਦੇ ਹਾਂ। ਉਹਨਾਂ ਦੇ ਵਿੱਚੋਂ ਜਿਹੜੀਆਂ ਕੋਈ ਘੁੰਡੀਆਂ, ਜਿਹੜੀ ਕੋਈ ਫੱਕ ਹੈ ਉਹ ਵੱਖ ਹੋ ਜਾਂਦੀ ਹੈ। ਚੰਗੇ ਸਾਫ਼ ਅਤੇ ਸੁਥਰੇ ਦਾਣੇ ਜਿਹੜੇ ਹੈ ਉਹ ਆਪਾਂ ਛੱਜ ਜਿਹੜੇ ਗ੍ਰਹਿਣ ਕਰ ਲੈਂਦਾ, ਛੱਜ ਦੇ ਅੰਦਰ ਰਹਿ ਜਾਂਦੇ ਹੈ, ਬਾਕੀ ਦੀਆਂ ਚੀਜ਼ਾਂ ਬਾਹਰ ਕੱਢ ਦਿੰਦਾ। ਦੂਸਰੇ ਬੰਨੇ ਛਾਨਣੀ ਹੈ ਜਿਹਦੇ ਨਾਲ ਆਪਾਂ ਆਟਾ ਛਾਣਦੇ ਹਾਂ। ਉਹਦਾ ਕੀ ਸੁਭਾਅ ਹੈ ਕਿ ਉਹਦੇ 'ਚ ਆਟਾ ਪਾਈਏ ਆਪਾਂ, ਜਦੋਂ ਉਹਨੂੰ ਹਿਲਾਉਣੇ ਹੈ, ਆਟਾ ਜਿਹੜਾ ਉਹ ਥੱਲੇ ਕੱਢੀ ਜਾਂਦੀ ਹੈ ਅਤੇ ਜਿਹੜਾ ਸੂੜਾ ਉਹਨੂੰ ਇਕੱਠਾ ਕਰਦੀ ਹੈ, ਉਹਨੂੰ ਆਪ ਗ੍ਰਹਿਣ ਕਰੀ ਜਾਂਦੀ ਹੈ। ਅਤੇ ਸਾਨੂੰ ਸਿੱਖਿਆ ਇੱਥੋਂ ਇਹ ਮਿਲਦੀ ਹੈ ਕਿ ਇਨਸਾਨ ਤੇਰੇ ਜੀਵਨ ਦੇ ਅੰਦਰ ਗੁਣ ਜਿਹੜਾ ਉਹ ਛੱਜ ਵਰਗਾ ਹੋਣਾ ਚਾਹੀਦਾ। ਤੂੰ ਗੁਣ ਜਿਹੜੇ ਆ ਉਹਨਾਂ ਨੂੰ ਗ੍ਰਹਿਣ ਕਰ, ਔਗਣ ਜਿਹੜੇ ਉਹਨਾਂ ਦਾ ਤਿਆਗ ਕਰ ਦੇ। ਅਤੇ ਜੇ ਤੂੰ ਛਾਨਣੀ ਵਾਂਗੂ ਔਗਣ ਹੀ ਇਕੱਠੇ ਕਰਨ ਲੱਗ ਪਿਆ, ਗੁਣਾਂ ਦਾ ਧਿਆਨ ਹੀ ਨਾ ਦਿੱਤਾ, ਫਿਰ ਤੇਰੇ ਪੱਲੇ ਉਹ ਔਗਣ ਹੀ ਰਹਿ ਜਾਣੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਕਿ ਇਨਸਾਨ ਸਿਆਣਾ ਅਤੇ ਸੂਝਵਾਨ ਉਹੀ ਸਮਝਿਆ ਜਾਂਦਾ ਜਿਹੜਾ ਗੁਣ ਨੂੰ ਵੇਖ ਕੇ ਗੁਣ ਦੀ ਕਦਰ ਵੀ ਕਰਦਾ ਅਤੇ ਗੁਣ ਨੂੰ ਫਿਰ ਉਹ ਗ੍ਰਹਿਣ ਵੀ ਕਰਦਾ, ਉਹ ਸਿਆਣਾ ਸਮਝਿਆ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਪਰਮੇਸ਼ਰ ਵਾਹਿਗੁਰੂ ਅਸੀਂ ਤੇ ਅਪਰਾਧੀ ਹਾਂ, ਸਾਡਾ ਤੇ ਸੁਭਾਅ ਹੀ ਗੁਨਾਹ ਕਰਨ ਵਾਲਾ ਹੈ। ਸਾਡੇ ਕੋਲੇ ਤੇ ਗੁਣ ਵੀ ਕੋਈ ਨਹੀਂ ਹੈ, ਤੁਝ ਹੀ ਤੇ ਗੁਣ ਸੋਏ। ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਹੀ ਗੁਣ ਜਿਹੜੇ ਹੈ ਇਹ ਸਾਨੂੰ ਪ੍ਰਾਪਤ ਹੋਣੇ ਹੈ। ਇੱਦਾਂ ਗੁਰੂ ਅੱਗੇ ਬੇਨਤੀਆਂ ਕਰਨੀਆਂ ਨਿਮਰਤਾ 'ਚ ਆ ਕੇ,
ਚਾਹੇ ਸਾਡੇ ਕੋਲੇ ਕਿੰਨੇ ਵੀ ਅਸੀਂ ਜਪ ਤਪ ਸਿਮਰਨ ਕਰ ਲਈਏ, ਸੇਵਾ ਕਰ ਲਈਏ, ਪਰ ਜਦੋਂ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਉਦੋਂ ਨਿਮਰਤਾ ਚਾਹ ਕੇ, ਉਦੋਂ ਬੜੇ ਨੀਵੇਂ ਹੋ ਕੇ ਬੇਨਤੀ ਕਰਨੀ ਹੈ ਕਿ ਪਰਮੇਸ਼ਰ ਸਾਡੇ ਪੱਲੇ ਤੇ ਕੁਝ ਵੀ ਨਹੀਂ। ਇਹੀ ਸਿੱਖੀ ਦਾ ਸਿਧਾਂਤ ਜਿਹੜਾ ਸਭ ਤੋਂ ਸਰਵੋਤਮ ਹੈ, ਮਨ ਨੀਵਾਂ ਮਤ ਉੱਚੀ। ਇਸ ਕਰਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਉਪਦੇਸ਼, ਇਹ ਸਿਧਾਂਤ ਸਾਨੂੰ ਬਖਸ਼ਿਸ਼ ਕੀਤੇ ਹੈ ਕਿ ਜਿਹੜਾ ਨੀਵਾਂ ਹੋ ਜਾਂਦਾ ਉਹ ਸੁਖੀ ਹੋ ਜਾਂਦਾ, ਉਹ ਸੰਸਾਰ ਦੇ ਅੰਦਰ ਭਲਾ ਵੀ ਕਰਦਾ, ਪਰਉਪਕਾਰ ਵੀ ਕਰਦਾ। ਜਿਵੇਂ ਆਪਾਂ ਇੱਕ ਰੁੱਖ ਦੀ ਉਦਾਹਰਨ ਲੈ ਲਈਏ, ਇੱਕ ਬੰਨੇ ਸਿੰਮਲ ਦਾ ਰੁੱਖ ਹੈ, ਸਿੰਮਲ ਰੁੱਖ ਸਰਾਏਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਿੰਮਲ ਦਾ ਰੁੱਖ ਕਿੱਡਾ ਉੱਚਾ ਹੁੰਦਾ, ਬੜੀ ਉਹਦੀ ਲੰਬਾਈ ਹੁੰਦੀ ਹੈ, ਅਤੇ ਉਹਨੂੰ ਜਿਹੜੇ ਫਲ ਲੱਗਦੇ ਹੈ ਕਹਿੰਦੇ ਉਹ ਵੀ ਕਿਸੇ ਸਵਾਦ ਵਾਲੇ ਨਹੀਂ ਹੁੰਦੇ, ਫੁੱਲ ਜਿਹੜੇ ਆ ਉਹ ਵੀ ਬਕ ਬਕੇ ਹੁੰਦੇ ਆ। ਅਤੇ ਜੇ ਕੋਈ ਪੰਛੀ ਆਸ ਕਰਕੇ ਉਹਦੇ ਤੱਕ ਜਾਂਦਾ ਵੀ ਉਹਦੇ ਫਲ ਨੂੰ ਮੈਂ ਖਾ ਲਵਾਂ, ਅਤੇ ਕਹਿੰਦੇ ਤੋਤਾ ਜਿਹੜਾ ਉਹ ਜਾਂਦਾ ਫਲ ਦੀ ਆਸ ਰੱਖ ਕੇ, ਅਤੇ ਫਲ ਵੀ ਉਹਦਾ ਐਸਾ ਸਖਤ ਹੁੰਦਾ, ਜਦੋਂ ਉਹਦੇ 'ਚ ਚੁੰਝ ਮਾਰਦਾ ਅਤੇ ਉਹ ਚੁੰਝ ਉਹਦੇ ਵਿੱਚ ਇੰਨੀ ਖੁੱਭ ਜਾਂਦੀ ਹੈ, ਚਿਕਨਾਹਟ ਹੁੰਦੀ ਹੈ, ਅਤੇ ਉੱਥੇ ਲਮਕ ਜਾਂਦਾ ਅਤੇ ਉੱਥੇ ਹੀ ਆਪਣੇ ਪ੍ਰਾਣ ਛੱਡ ਦਿੰਦਾ। ਦੂਸਰੇ ਬੰਨੇ ਸਤਿਗੁਰੂ ਜੀ ਕਹਿੰਦੇ ਛੋਟੇ ਛੋਟੇ ਰੁੱਖ ਹੈ, ਬੇਰੀਆਂ ਦੇ ਝਾੜ ਕਿੱਡੇ ਨਿੱਕੇ ਨਿੱਕੇ ਹੈ, ਕਿੱਡੇ ਮਿੱਠੇ ਉਹ ਫਲ ਦਿੰਦੇ ਹੈ, ਕਿੱਡੀ ਉਹਨਾਂ ਦੀ ਸ਼ੋਭਾ ਹੈ, ਖਾ ਕੇ ਇਨਸਾਨ ਕਿੰਨਾ ਪ੍ਰਸੰਨ ਹੋ ਜਾਂਦਾ। ਉਸੇ ਪ੍ਰਕਾਰ ਹੀ ਜਿਹੜਾ ਨਿਮਰਤਾ 'ਚ ਹੈ ਉਹ ਪਰਉਪਕਾਰ ਕਰਦਾ, ਉਹ ਜੀਵਾਂ ਦਾ ਭਲਾ ਕਰਦਾ। ਅਤੇ ਜਿਹੜਾ ਹੰਕਾਰੀ ਬਣ ਕੇ ਉੱਚਾ ਰਹਿੰਦਾ, ਉਹ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਕੋਈ ਸ਼ੋਭਾ, ਕੋਈ ਮਾਣ, ਕੋਈ ਇੱਜ਼ਤ ਨਹੀਂ ਪ੍ਰਾਪਤ ਕਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਪਰਮੇਸ਼ਰ ਵਾਹਿਗੁਰੂ ਅਸੀਂ ਤੇ ਅਪਰਾਧੀ ਤੇ ਨਿਰਗੁਣੇ ਹਾਂ, ਤੇਰੇ ਤੋਂ ਹੀ ਸਾਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ। ਸਤਿਗੁਰੂ ਜੀ ਕਹਿੰਦੇ ਇਹ ਸਾਡੇ ਪਿਆਰੇ ਪ੍ਰਭੂ ਪਰਮੇਸ਼ਰ, ਤੂੰ ਇਹ ਸਾਰੀ ਸ੍ਰਿਸ਼ਟੀ ਦਾ, ਸਾਰੀ ਰਚਨਾ ਦਾ ਕਰਤਾ ਹੈ। ਤੂੰ ਹੀ ਇਸ ਨੂੰ ਕਰਕੇ ਤੇ ਆਪ ਹੀ ਵੇਖਣ ਵਾਲਾ ਹੈ, ਵੇਖ ਰਹੇ ਹੈ, ਸਭ ਦੀ ਪਾਲਣਾ ਕਰ ਰਹੇ ਹੈ। ਕਿੱਡੀ ਸ੍ਰਿਸ਼ਟੀ ਉਸ ਨੇ ਰਚੀ ਹੈ, ਅਤੇ ਕੋਈ ਵੀ ਐਸਾ ਜੀਵ ਨਹੀਂ ਜਿਹਦਾ ਉਹਨੇ ਰਿਜ਼ਕ ਨਹੀਂ ਬਣਾਇਆ, ਕੋਈ ਵੀ ਨਹੀਂ ਹੈ। ਕਿੱਦਾਂ ਵੇਖ ਰਿਹਾ ਹੈ, ਕਿੱਡੀ ਨਿਗਰਾਨੀ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਸਭ ਨੂੰ ਵੇਖ ਰਿਹਾ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗੈ ਕਰ ਧਰਿਆ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿਉਂ ਪਰਮੇਸ਼ਰ ਨੇ ਪੱਥਰਾਂ ਦੇ ਅੰਦਰ ਵੀ ਸ੍ਰਿਸ਼ਟੀ ਰਚ ਦਿੱਤੀ, ਉੱਥੇ ਵੀ ਰਿਜ਼ਕ ਉਹਨਾਂ ਦਾ ਪਹੁੰਚਾ ਦਿੱਤਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਤੂੰ ਸਾਰੀ ਸ੍ਰਿਸ਼ਟੀ ਦੀ ਰਚਨਾ ਨੂੰ ਕਰਕੇ ਪਰਮੇਸ਼ਰ ਵਾਹਿਗੁਰੂ ਫਿਰ ਸਭ ਨੂੰ ਵੇਖ ਵੀ ਰਿਹਾ, ਸਭ ਦੀ ਪਾਲਣਾ ਵੀ ਕਰ ਰਿਹਾ ਹੈ। ਹਉ ਪਾਪੀ ਪਾਖੰਡੀਆ ਭਾਈ, ਮਨ ਤਨ ਨਾਮ ਵਸੇਖ। ਇਹ ਸਭ ਨੂੰ ਭਾਉਣ ਵਾਲੇ ਪ੍ਰਭੂ ਪਰਮੇਸ਼ਰ ਵਾਹਿਗੁਰੂ, ਅਸੀਂ ਤੇ ਪਾਪੀ ਹਾਂ, ਗੁਰੂ ਦੇ ਹੁਕਮ ਤੋਂ ਉਲਟ ਚੱਲ ਕੇ ਅਸੀਂ ਪਾਪ ਕਰਦੇ ਹਾਂ। ਜੋ ਉਪਦੇਸ਼ ਗੁਰੂ ਨੇ ਦਿੱਤੇ ਹੈ, ਜਿਹੜੇ ਕਰਮਾਂ ਤੋਂ ਗੁਰੂ ਨੇ ਰੋਕਿਆ, ਅਸੀਂ ਉਹਨਾਂ ਨੂੰ ਕਰਕੇ ਪਾਪੀ ਬਣਦੇ ਹਾਂ, ਪਾਖੰਡੀਆਂ। ਫਿਰ ਅਸੀਂ ਪਖੰਡ ਨੂੰ ਕਰਕੇ, ਦਿਖਾਵੇ ਨੂੰ ਕਰਕੇ। ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਮਨ ਤਨ ਨਾਮ ਵਸੇਖ। ਸਾਡੀ ਅਰਦਾਸ ਹੈ, ਬੇਨਤੀ ਹੈ ਕਿ ਸਾਡੇ ਮਨ ਅਤੇ ਤਨ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਤੇਰਾ ਨਾਮ ਵਸ ਜਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਅਤੇ ਮਹਾਰਾਜ ਕਹਿਣ ਲੱਗੇ ਸਿੱਖੋ, ਸਿੱਖੀ ਬੜੇ ਤਰ੍ਹਾਂ ਦੀ ਹੈ, ਇੱਕ ਰੇਖ ਦੀ ਹੈ, ਇੱਕ ਭੇਖ ਦੀ ਹੈ, ਇੱਕ ਸਿਦਕ ਦੀ ਹੈ, ਇੱਕ ਪ੍ਰੇਮ ਦੀ ਹੈ। ਕਿ ਸਿੱਖੀ ਜਿਹੜੀ ਉਹ ਬੜੇ ਰੂਪਾਂ ਦੀ ਹੈ। ਕੋਈ ਤਾਂ ਦੇਖਾ ਦੇਖੀ ਸਿੱਖ ਬਣ ਗਿਆ, ਸਿਧਾਂਤ ਦਾ ਪਤਾ ਨਹੀਂ, ਕਿਸੇ ਪ੍ਰਕਾਰ ਕੋਈ ਬਾਣੀ ਦਾ, ਮਰਿਆਦਾ ਦਾ ਇਹਦਾ ਵੀ ਕੋਈ ਪਤਾ ਨਹੀਂ। ਇੱਕ ਵੱਲ ਵੇਖਿਆ ਕਿ ਉਹਦੇ ਕੋਲ ਚੰਗੀ ਮਾਇਆ ਆਉਂਦੀ ਆ, ਉਹ ਸਿੱਖ ਬਣ ਗਿਆ ਲਾਲਚ 'ਚ ਆ ਕੇ। ਦੂਸਰੇ ਬੰਨੇ ਸਤਿਗੁਰੂ ਜੀ ਕਹਿੰਦੇ ਇੱਕ ਭੇਖ ਦੀ, ਦਿਖਾਵੇ ਦੀ ਹੈ ਕਿ ਅੰਦਰ ਕੋਈ ਗੁਣ ਨਾ ਧਾਰਨ ਕਰਨਾ, ਕੇਵਲ ਅਤੇ ਕੇਵਲ ਦਿਖਾਵਾ ਕਰਨਾ।
ਉਹ ਵੀ ਪ੍ਰਵਾਨ ਨਹੀਂ ਹੈ। ਦੂਸਰੇ ਬੰਨੇ ਸਤਿਗੁਰੂ ਜੀ ਕਹਿੰਦੇ ਸਿਦਕ ਦੀ ਅਤੇ ਪ੍ਰੇਮ ਦੀ ਸਿੱਖੀ ਜਿਹੜੀ ਆ ਉਹ ਪ੍ਰਵਾਨ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਪ੍ਰਤੀ ਭਰੋਸਾ, ਭਾਵਨਾ ਅਤੇ ਸਿੱਖੀ ਦੇ ਅੰਦਰ ਸਿਦਕ ਹੈ, ਦ੍ਰਿੜਤਾ ਹੈ, ਅਤੇ ਨਾਲ ਹੀ ਗੁਰੂ ਦੇ ਉਪਦੇਸ਼ਾਂ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਜੋ ਜੋ ਗੁਰੂ ਨੇ ਹੁਕਮ ਕੀਤੇ ਹੈ ਉਹਨਾਂ ਨੂੰ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਮੰਨਿਆ ਅਤੇ ਧਾਰਨ ਕੀਤਾ ਹੈ, ਉਹ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਪਰਮੇਸ਼ਰ ਦਾ ਜੋ ਨਾਮ ਹੈ ਉਹ ਵਿਸ਼ੇਸ਼ ਰੂਪ ਦੇ ਅੰਦਰ ਵਸ ਜਾਂਦਾ ਹੈ। ਰਹਾਉ ਬਿਖ ਮਾਇਆ ਚਿੱਤ ਮੋਹਿਆ ਭਾਈ, ਚਤੁਰਾਈ ਪਤ ਖੋਏ। ਸਤਿਗੁਰੂ ਜੀ ਕਹਿੰਦੇ ਹੇ ਸਭ ਨੂੰ ਭਾਉਣ ਵਾਲੇ ਪ੍ਰਭੂ ਪਰਮੇਸ਼ਰ ਵਾਹਿਗੁਰੂ, ਸਾਡਾ ਜਿਹੜਾ ਚਿੱਤ ਹੈ ਉਹ ਬਿਖ ਮਾਇਆ ਮੋਹਿਆ, ਜਿਹੜੀ ਮਾਇਆ ਹੈ ਉਹ ਇੱਕ ਬਿਖ ਜ਼ਹਿਰ ਦੀ ਨਿਆਈ ਹੈ। ਇਹਦੇ ਵਿੱਚ ਸਾਡਾ ਮਨ ਜਿਹੜਾ ਉਹ ਮੋਹਿਤ ਹੋ ਗਿਆ। ਜਿਵੇਂ ਪ੍ਰਤੱਖ ਰੂਪ ਦੇ ਅੰਦਰ ਤੇ ਜ਼ਹਿਰ ਜਿਹੜਾ ਸਾਨੂੰ ਪਤਾ ਹੁੰਦਾ ਵੀ ਇਹ ਜ਼ਹਿਰ ਨਹੀਂ ਅਸੀਂ ਖਾਂਦੇ, ਫਿਰ ਇਹ ਮਾਇਆ ਦੇ ਜ਼ਹਿਰ ਦੇ ਵਿੱਚ ਸਾਡਾ ਮਨ ਕਿਵੇਂ ਲੱਗ ਜਾਂਦਾ। ਅਤੇ ਭਗਤ ਫਰੀਦ ਸਾਹਿਬ ਜੀ ਨੇ ਬਚਨ ਕੀਤੇ ਹਨ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਭਗਤ ਫਰੀਦ ਸਾਹਿਬ ਜੀ ਬਚਨ ਕਰਦੇ ਹੈ ਕਿ ਹੈ ਤੇ ਇਹ ਮਾਇਆ ਜ਼ਹਿਰ ਰੂਪ ਹੀ, ਪਰ ਇਹਦੇ ਜਿਹੜੇ ਸੁੱਖ ਹੈ ਨਾ ਉਹ ਖੰਡ ਵਾਂਗੂ ਮਿੱਠੇ ਲੱਗਦੇ ਹੈ। ਇਹਦੀ ਜਿਹੜੀ ਚਮਕ ਹੈ ਉਹ ਬੜੀ ਚੰਗੀ ਲੱਗਦੀ ਹੈ। ਇਹਦੇ ਸੁੱਖ ਆਰਾਮ ਬੜੇ ਮਨ ਨੂੰ ਭਾਉਣ ਵਾਲੇ ਲੱਗਦੇ ਹੈ। ਉਹਨਾਂ ਸੁੱਖਾਂ ਨੂੰ ਵੇਖ ਕੇ, ਉਹ ਚਮਕ ਨੂੰ ਵੇਖ ਕੇ ਸਾਡਾ ਚਿੱਤ ਜਿਹੜਾ ਇਹਦੇ ਵਿੱਚ ਮੋਹਿਤ ਹੋ ਜਾਂਦਾ, ਹੁੰਦਾ ਜ਼ਹਿਰ ਹੈ, ਫਿਰ ਇਹ ਨੁਕਸਾਨ ਕਰਦੀ ਹੈ। ਇਸ ਕਰਕੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ ਕਿ ਇਸ ਮਾਇਆ ਨੇ, ਜਿਹੜਾ ਮਾਇਆ ਦਾ ਰੂਪ ਹੈ, ਕਿ ਇਹਦੇ ਦੁਆਰਾ ਮਾਇਆ ਮਮਤਾ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਜਿੰਨੇ ਜੀਵ ਹੈ ਸਭ ਨੂੰ ਇਹ ਆਪਣੇ ਕਲਾਵੇ ਦੇ ਵਿੱਚ ਲੈ ਕੇ ਚੱਲਦੀ ਹੈ। ਪਰ ਦੂਸਰੇ ਬੰਨੇ ਗੁਰੂ ਕੇ ਸਿੱਖ ਹਨ, ਨਾਮ ਅਤੇ ਸਿਮਰਨ ਅਤੇ ਬੰਦਗੀ ਵਾਲੇ ਹਨ, ਜਿਹੜੇ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਹੈ, ਜਿਨ੍ਹਾਂ ਦੇ ਉੱਤੇ ਇਹ ਮਾਇਆ ਜਿਹੜੀ ਹੈ ਉਹ ਆਪਣਾ ਪ੍ਰਭਾਵ ਨਹੀਂ ਪਾਉਂਦੀ, ਕਿਉਂਕਿ ਉਹਨਾਂ ਦੇ ਕੋਲੇ ਪਰਮੇਸ਼ਰ ਦੇ ਨਾਮ ਦੀ ਤਾਕਤ ਹੈ, ਪਰਮੇਸ਼ਰ ਦੇ ਨਾਮ ਦੀ ਸੱਤਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਪਾਸ, ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਪਾਸ ਮਾਇਆ ਆਈ, ਬੜੇ ਰੂਪ ਬਣਾ ਬਣਾ ਕੇ ਆਉਂਦੀ ਰਹੀ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਭਗਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਤੇ ਇਹਦੇ ਤੋਂ ਨਾਤਾ ਤੋੜ ਲਿਆ, ਅਸੀਂ ਤੇ ਇਹਨੂੰ ਪ੍ਰਵਾਨ ਨਹੀਂ ਕੀਤਾ। ਆਈ ਬੜੇ ਰੂਪ ਬਣਾ ਬਣਾ ਕੇ ਹੈ, ਕਬੀਰ ਆਈ ਮੁਝੈ ਪੈ, ਅਨਕ ਕਰੇ ਕਰ ਭੇਸ, ਬੜੇ ਲਿਬਾਸ ਬਣਾ ਬਣਾ ਕੇ ਆਉਂਦੀ ਰਹੀ, ਕਦੇ ਕਿਸੇ ਰੂਪ ਦੇ ਅੰਦਰ, ਕਦੇ ਕਿਸੇ ਰੂਪ ਦੇ ਅੰਦਰ, ਪਰ ਅਸੀਂ ਗੁਰੂ ਦੇ ਉਪਦੇਸ਼ ਕਰਕੇ, ਪਰਮੇਸ਼ਰ ਦੇ ਨਾਮ ਕਰਕੇ ਬਚ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ, ਸਾਡਾ ਚਿੱਤ ਜਿਹੜਾ ਇਸ ਜ਼ਹਿਰ ਰੂਪੀ ਮਾਇਆ ਦੇ ਵਿੱਚ ਮੋਹਿਆ ਗਿਆ, ਫਸਿਆ ਹੋਇਆ, ਚਤੁਰਾਈ ਪੱਤ ਖੋਏ। ਅਤੇ ਅਸੀਂ ਆਪਣੀ ਚਤੁਰਾਈ ਦੇ ਵਿੱਚ ਲੱਗ ਕੇ, ਆਪਣੀਆਂ ਹੀ ਸਿਆਣਪਾਂ 'ਚ ਲੱਗ ਕੇ ਆਪਣੀ ਜਿਹੜੀ ਪੱਤ ਇੱਜ਼ਤ ਹੈ ਉਹਨੂੰ ਗਵਾ ਰਹੇ ਹਾਂ। ਅਤੇ ਇਨਸਾਨ ਆਪਣੀ ਸਿਆਣਪ ਦੇ ਵਿੱਚ ਆਪ ਹੀ ਫਸ ਜਾਂਦਾ ਕਈ ਵਾਰ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਬਹੁਤੀਆਂ ਸਿਆਣਪਾਂ ਚਤੁਰਾਈਆਂ ਕਰਕੇ ਜਮਾਂ ਦਾ ਡਰ ਜਿਹੜਾ ਉਹ ਬਣਿਆ ਹੀ ਰਹਿੰਦਾ, ਉਹਦੇ ਤੋਂ ਕੋਈ ਨਹੀਂ ਛੁੱਟ ਸਕਦਾ। ਉੱਥੇ ਕੋਈ ਸਿਆਣਪ ਦੇ ਨਾਲ, ਉੱਥੇ ਕਿਸੇ ਦਲੀਲ ਦੇ ਨਾਲ ਥੋੜ੍ਹਾ ਗੱਲ ਕਰਨੀ ਉਹਨਾਂ ਨੇ, ਵੀ ਹਾਂ ਵੀ ਤੇਰੇ ਨਾਲ ਚਰਚਾ ਕਰਦੇ ਹਾਂ, ਤੇਰੀਆਂ ਗੱਲਾਂ ਸੁਣਦੇ ਹਾਂ, ਤੇਰੀਆਂ ਚਤੁਰਾਈਆਂ ਸੁਣਦੇ ਹਾਂ, ਅਤੇ ਫਿਰ ਤੇਰਾ ਹਿਸਾਬ ਕਿਤਾਬ ਕਰਦੇ ਹਾਂ। ਉੱਥੇ ਤੇ ਉਹਨਾਂ ਨੇ ਨਾਮ ਵੇਖਣਾ, ਕਿਆ ਤੈਂ ਖੱਟਿਆ ਕਿਆ ਗਵਾਇਆ, ਦੱਸ ਬਈ ਇਹ ਸਰੀਰ ਤੈਨੂੰ ਮਿਲਿਆ, ਕੀ ਨਾਮ ਸਿਮਰਨ ਬੰਦਗੀ ਕੋਈ ਚੰਗਾ ਕਰਮ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਚਤੁਰਾਈਆਂ ਦੇ ਵਿੱਚ ਲੱਗ ਕੇ ਪਰਮੇਸ਼ਰ ਵਾਹਿਗੁਰੂ ਸਾਡੀ ਜਿਹੜੀ ਪੱਤ ਇੱਜ਼ਤ ਹੈ ਉਹ ਮਾਇਆ ਦੇ ਮੋਹਿਤ ਹੋ ਕੇ ਚਿੱਤ ਜਿਹੜਾ ਸਾਡਾ
ਤੇਰੇ ਨਾਮ ਵੱਲਿਓ ਟੁੱਟ ਗਿਆ ਹੈ। ਚਿੱਤ ਮਹਿ ਠਾਕੁਰ ਸੱਚ ਵਸੈ ਭਾਈ, ਜੇ ਗੁਰ ਗਿਆਨ ਸਮੋਏ। ਸਤਿਗੁਰੂ ਜੀ ਕਹਿੰਦੇ ਹੈ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਸਾਡੇ ਚਿੱਤ ਦੇ ਵਿੱਚ ਠਾਕੁਰ ਸੱਚ ਵਸੈ। ਜੋ ਠਾਕੁਰ ਉਤਪਤੀ ਲੈਤਾ ਤੇ ਪਾਲਣਾ ਕਰਨ ਵਾਲਾ ਸੱਚਾ ਪਰਮੇਸ਼ਰ ਹੈ ਉਹ ਵਸ ਜਾਏ। ਇੱਕ ਤੇ ਠਾਕੁਰ ਉਹ ਹੈ ਜਿਹਦੀ ਸਨਾਤਨੀ ਮਤ ਦੇ ਅੰਦਰ ਪੂਜਾ ਹੁੰਦੀ ਹੈ। ਇੱਕ ਨਦੀ ਹੈ ਗੰਡਕਾ ਜਿਸ ਦਾ ਨਾਮ ਹੈ, ਉਸ ਦੇ ਵਿੱਚੋਂ ਇੱਕ ਪੱਥਰ ਨੂੰ ਲੈ ਕੇ ਚਿੱਟੀ ਧਾਰੀ ਵਾਲੇ ਨੂੰ ਉਸ ਦੀ ਪੂਜਾ ਕੀਤੀ ਜਾਂਦੀ, ਉਸ ਨੂੰ ਠਾਕੁਰ ਆਖਿਆ ਜਾਂਦਾ। ਪਰ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਠਾਕੁਰ ਕਹਿੰਦੇ ਹੈ ਜਿਹੜਾ ਇਸਥਤੀ ਕਰਨ ਵਾਲਾ, ਫਿਰ ਜਿਹੜਾ ਪਾਲਣਾ ਕਰਨ ਵਾਲਾ, ਫਿਰ ਜਿਹੜਾ ਸੰਘਾਰ ਕਰਨ ਵਾਲਾ, ਉਹ ਠਾਕੁਰ ਹਮਰਾ ਸਦ ਬੋਲੰਤਾ, ਸਦਾ ਜਿਹੜਾ ਬੋਲਣ ਵਾਲਾ ਹੈ ਉਹ ਠਾਕੁਰ ਪਰਮੇਸ਼ਰ ਵਾਹਿਗੁਰੂ ਸਾਡੇ ਚਿੱਤ ਦੇ ਵਿੱਚ ਜੇ ਪ੍ਰਭੂ ਪਰਮੇਸ਼ਰ ਵਸ ਜਾਏ, ਜੇ ਗੁਰ ਗਿਆਨ ਸਮੋਏ ਤੇ ਗੁਰੂ ਦੇ ਗਿਆਨ ਦੇ ਵਿੱਚ ਸਾਡਾ ਜਿਹੜਾ ਸਮਾਉਣਾ ਹੋ ਜਾਏ, ਅਸੀਂ ਸਮਾ ਜਾਈਏ। ਰੂੜੋ ਰੂੜੋ ਆਖੀਐ ਭਾਈ, ਰੂੜੋ ਲਾਲ ਚਲੂਲ। ਸਤਿਗੁਰੂ ਜੀ ਕਹਿੰਦੇ ਹੈ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਸਾਰੇ ਤੈਨੂੰ ਆਖਦੇ ਆ ਕਿ ਤੂੰ ਰੂੜੋ ਦਾ ਅਰਥ ਹੈ ਸੁੰਦਰ, ਕਿ ਤੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਬੜਾ ਸੁੰਦਰ ਹੈ, ਤੇਰੇ ਗੁਣ ਬੜੇ ਸੁੰਦਰ ਹੈ, ਤੇਰੀਆਂ ਵਡਿਆਈਆਂ ਬੜੀਆਂ ਸੁੰਦਰ ਹੈ। ਪਰ ਰੂੜੋ ਲਾਲ ਚਲੂਲ, ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਤੇਰਾ ਲਾਲ ਕਹੀਏ ਪ੍ਰੇਮ ਲੱਗ ਗਿਆ, ਉਹ ਸਭ ਤੋਂ ਅਸਲੀ ਸੁੰਦਰ ਜਿਹੜੇ ਸੰਸਾਰ ਦੇ ਅੰਦਰ ਮੰਨੇ ਜਾਂਦੇ। ਜਿਨ੍ਹਾਂ ਨੂੰ ਤੇਰੇ ਪ੍ਰੇਮ ਦਾ ਚਲੂਲ ਕਹੀਏ ਗਾੜਾ ਰੰਗ ਜਿਹੜਾ ਚੜ੍ਹ ਗਿਆ, ਜਿਨ੍ਹਾਂ ਦੇ ਮਨ ਦੇ ਉੱਤੇ ਤੇਰੇ ਪ੍ਰੇਮ ਦਾ ਰੰਗ ਇੰਨਾ ਹੀ ਗੂੜਾ ਚੜ੍ਹ ਗਿਆ ਕਿ ਉਤਰ ਹੀ ਨਹੀਂ ਸਕਦਾ, ਉਹ ਸੰਸਾਰ ਦੇ ਅੰਦਰ ਸਭ ਤੋਂ ਸੁੰਦਰ ਹਨ। ਜੇ ਮਨ ਹਰਸਿਉ ਬੈਰਾਗੀ ਹੈ ਭਾਈ, ਦਰ ਘਰ ਸਾਚ ਅਭੂਲ। ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੇ ਮਨ ਸਾਡਾ ਹਰਸਿਉ ਬੈਰਾਗੀ ਹੈ, ਹਰੀ ਪਰਮੇਸ਼ਰ ਵਾਹਿਗੁਰੂ ਤੇਰਾ ਵਿਰਾਗੀ ਬਣ ਜਾਏ, ਤੇਰੇ ਵਿਰਾਗ ਦੇ ਵਿੱਚ ਆ ਜਾਏ, ਦਰ ਘਰ ਸਾਚ ਅਭੂਲ, ਫਿਰ ਜਿੰਨੇ ਸਾਡੇ ਇਹ 10 ਇੰਦਰੀਆਂ ਦੇ ਦਰ ਕਹੀਏ ਦਰਵਾਜ਼ੇ ਹੈ, ਤੇ ਘਰ ਸਾਡਾ ਜਿਹੜਾ ਹਿਰਦਾ ਹੈ ਉਹਦੇ ਵਿੱਚ ਸੱਚ ਵਸ ਜਾਏ, ਤੇ ਅਸੀਂ ਅਭੂਲ ਜੋ ਕਦੇ ਨਹੀਂ ਭੁੱਲਦਾ ਪਰਮੇਸ਼ਰ ਵਾਹਿਗੁਰੂ ਉਹਨੂੰ ਪ੍ਰਾਪਤ ਕਰ ਲਈਏ। ਫਿਰ ਸਾਡੀਆਂ ਇੰਦਰੀਆਂ ਜਿਹੜੀਆਂ ਉਹ ਵੀ ਸੱਚ ਨੂੰ ਗ੍ਰਹਿਣ ਕਰਨ ਲੱਗ ਜਾਣ, ਸਾਡੇ ਹਿਰਦੇ ਦੇ ਅੰਦਰ ਵੀ ਸੱਚ ਵਸ ਜਾਏ। ਜੇ ਸਾਡੇ ਮਨ ਦੇ ਅੰਦਰ ਪ੍ਰਭੂ ਪਰਮੇਸ਼ਰ ਤੇਰਾ ਵਿਰਾਗ ਲੱਗ ਜਾਏ। ਪਾਤਾਲੀ ਆਕਾਸ ਤੂੰ ਭਾਈ, ਘਰ ਘਰ ਤੂੰ ਗੁਣ ਗਿਆਨ। ਸਤਿਗੁਰੂ ਜੀ ਕਹਿੰਦੇ ਹੈ ਸਭ ਨੂੰ ਭਾਉਣ ਵਾਲੇ ਪਰਮੇਸ਼ਰ ਵਾਹਿਗੁਰੂ ਤੂੰ ਹੀ ਪਤਾਲਾਂ ਦੇ ਵਿੱਚ, ਤੂੰ ਹੀ ਆਕਾਸ਼ਾਂ ਦੇ ਵਿੱਚ ਹੈ। ਜਿੰਨੇ ਲੱਖਾਂ ਆਕਾਸ਼ ਪਤਾਲ ਹੈ ਉਹਨਾਂ ਦੇ ਵਿੱਚ ਤੂੰ ਹੀ ਹੈ। ਘਰ ਘਰ ਤੂੰ ਗੁਣ ਗਿਆਨ। ਜਿੰਨੇ ਇਹ ਸਰੀਰਾਂ ਰੂਪੀ ਘਰ ਹੈ, ਉਹਨਾਂ ਸਰੀਰਾਂ ਰੂਪੀ ਘਰਾਂ ਦੇ ਅੰਦਰ ਜਿੰਨੇ ਹਿਰਦੇ ਰੂਪੀ ਘਰ ਹੈ, ਉਹਨਾਂ ਦੇ ਵਿੱਚ ਵੀ ਤੇਰੇ ਹੀ ਗੁਣ ਹੈ ਤੇ ਤੇਰਾ ਹੀ ਗਿਆਨ ਸਮੋਇਆ ਹੋਇਆ। ਜਿੰਨੇ ਸਰੀਰ ਹੈ, ਸਰੀਰਾਂ ਦੇ ਅੰਦਰ ਜਿੰਨੇ ਹਿਰਦੇ ਹੈ, ਸਭ ਦੇ ਅੰਦਰ ਹੀ ਪਰਮੇਸ਼ਰ ਵਾਹਿਗੁਰੂ ਤੇਰੇ ਹੀ ਗੁਣ ਵਸਦੇ ਹੈ, ਤੇਰਾ ਹੀ ਗਿਆਨ ਜਿਹੜਾ ਉਹਨਾਂ ਦੇ ਅੰਦਰ ਵਸ ਰਿਹਾ ਹੈ। ਗੁਰ ਮਿਲਿਆ ਸੁਖ ਪਾਇਆ ਭਾਈ, ਚੂਕਾ ਮਨਹੁ ਗੁਮਾਨ। ਪਰ ਹੇ ਸਭ ਨੂੰ ਭਾਉਣ ਵਾਲੇ ਪਰਮੇਸ਼ਰ ਵਾਹਿਗੁਰੂ ਉਹ ਗੁਣ, ਉਹ ਗਿਆਨ ਜੋ ਸਾਡੇ ਅੰਦਰ ਹੀ ਹੈ, ਉਹ ਪ੍ਰਗਟ ਕਦੋਂ ਹੁੰਦੇ ਹੈ? ਗੁਰ ਮਿਲਿਆ। ਜਦੋਂ ਪੂਰਾ ਗੁਰੂ ਮਿਲ ਜਾਂਦਾ, ਪੂਰੇ ਗੁਰੂ ਦੁਆਰਾ ਹੀ ਉਹ ਸਾਡੇ ਅੰਦਰੋਂ ਗਿਆਨ ਤੇ ਗੁਣ ਜਿਹੜੇ ਹੈ ਪੈਦਾ ਹੁੰਦੇ ਹੈ, ਤੇ ਫਿਰ ਸੁਖ ਪਾਇਆ, ਫਿਰ ਉਹ ਆਤਮਿਕ ਸੁਖ ਜਿਹੜਾ ਉਹਦੀ ਪ੍ਰਾਪਤੀ ਹੁੰਦੀ ਹੈ। ਚੂਕਾ ਮਨਹੁ ਗੁਮਾਨ, ਜਿਹੜਾ ਮਨ ਦੇ ਵਿੱਚੋਂ ਜਿਹੜਾ ਗੁਮਾਨ ਹੰਕਾਰ ਸੀ ਉਹ ਸਾਰਾ ਹੀ ਨਾਸ ਹੋ ਜਾਂਦਾ ਹੈ। ਜਲ ਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ। ਸਤਿਗੁਰੂ ਜੀ ਕਹਿੰਦੇ ਇਹ ਸਭ ਨੂੰ ਭਾਉਣ ਵਾਲੇ ਪਰਮੇਸ਼ਰ ਵਾਹਿਗੁਰੂ ਜੇ ਜਲ ਦੇ ਨਾਲ, ਪਾਣੀ ਦੇ ਨਾਲ ਮਲ ਮਲ ਕੇ ਇਹ ਸਰੀਰ ਨੂੰ ਮਾਂਜੀਏ, ਸਾਬਣ ਲਾ ਲਾ ਕੇ ਸਰੀਰ ਨੂੰ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲਾ ਲਾ ਕੇ ਇਹ ਸਰੀਰ ਨੂੰ ਸ਼ਿੰਗਾਰੀਏ, ਭੀ ਮੈਲਾ ਤਨ ਹੋਏ, ਫਿਰ ਵੀ ਸਰੀਰ ਜਿਹੜਾ ਉਹ ਮੈਲਾ ਹੋ ਹੀ ਜਾਂਦਾ। ਸਰੀਰ ਦੇ ਉੱਤੇ ਜਿਹੜੀ ਸੁਗੰਧੀ ਲਾਓ, ਸਰੀਰ ਉਹ ਥੋੜ੍ਹੇ ਸਮੇਂ ਬਾਅਦ ਉਹ ਸੁਗੰਧੀ ਨੂੰ ਵੀ ਦੁਰਗੰਧੀ 'ਚ ਬਦਲ ਦਿੰਦਾ। ਇਹ ਸਰੀਰ ਇੱਦਾਂ ਦਾ ਹੈ
ਵੀ ਇਹਦੇ 'ਤੇ ਕੋਈ ਵੀ ਸੁਗੰਧੀ ਵਾਲੀ ਚੀਜ਼ ਲਾ ਦਿਓ, ਥੋੜ੍ਹੇ ਸਮੇਂ ਬਾਅਦ ਉਹਦੀ ਵੀ ਇਹ ਸੁਗੰਧੀ ਬਦਲ ਦਿੰਦਾ, ਉਹਨੂੰ ਦੁਰਗੰਧੀ 'ਚ ਬਦਲ ਦਿੰਦਾ। ਇਹ ਸਰੀਰ ਤੇ ਪਵਿੱਤਰ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਪਾਣੀ ਦੇ ਨਾਲ ਕਿੰਨਾ ਵੀ ਇਹ ਸਰੀਰ ਨੂੰ ਮਾਂਜ ਲਈਏ, ਸਵਾਰ ਲਈਏ, ਫਿਰ ਵੀ ਜਿਹੜਾ ਤਨ ਹੈ, ਸਰੀਰ ਹੈ, ਉਹ ਮੈਲਾ ਹੀ ਰਹਿੰਦਾ ਹੈ। ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ, ਜੇ ਕਿਤੇ ਗਿਆਨ ਦੇ ਮਹਾਨ ਰਸ ਦੇ ਵਿੱਚ ਅਸੀਂ ਨਹਾ ਲਈਏ, ਜੇ ਕਿਤੇ ਉਹ ਨਾਮ ਦਾ ਜਿਹੜਾ ਆਤਮਿਕ ਰਸ ਹੈ ਅਤੇ ਨਾਮ ਦਾ ਜਿਹੜਾ ਆਤਮਿਕ ਗਿਆਨ ਦਾ ਸਰੋਵਰ ਹੈ, ਉਹਦੇ ਵਿੱਚ ਜੇ ਕਿਤੇ ਸਾਡਾ ਇਸ਼ਨਾਨ ਹੋ ਜਾਏ, ਫਿਰ ਮਨ ਤਨ ਨਿਰਮਲ ਹੋਏ। ਫਿਰ ਇਹ ਮਨ ਵੀ ਤਨ ਵੀ ਸਭ ਨਿਰਮਲ ਅਤੇ ਉਜਲੇ ਪਵਿੱਤਰ ਹੋ ਜਾਂਦੇ ਹੈ। ਉਹ ਪਰਮੇਸ਼ਰ ਵਾਹਿਗੁਰੂ ਨੇ ਅੰਤਰ ਹੀ ਗਿਆਨ ਦਾ ਤੀਰਥ ਜਿਹੜਾ ਹਰੇਕ ਇਨਸਾਨ ਦੇ ਲਾਇਆ ਹੋਇਆ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਸਿੱਧਾਂ ਨੇ ਸਵਾਲ ਕੀਤਾ ਸੀ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਕੀ ਕਰਮ ਕਰਦੇ ਹੋ? ਕਹਿੰਦੇ ਜੀ ਅਸੀਂ 68 ਤੀਰਥਾਂ 'ਤੇ ਇਸ਼ਨਾਨ ਕਰਦੇ ਹਾਂ, ਫਿਰ ਅਸੀਂ ਪਵਿੱਤਰ ਹੋ ਜਾਂਦੇ ਹਾਂ, ਫਿਰ ਅਸੀਂ ਉਹਦਾ ਫਲ ਬੜਾ ਹੈ, ਮਹਾਤਮ ਬੜਾ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੀਰਥਾਂ ਦਾ ਨਹਾਉਣਾ ਅਤੇ ਉਹ ਸਫਲਾ ਹੈ ਜੇ ਉਹ ਪਰਮੇਸ਼ਰ ਨੂੰ ਆਪਾਂ ਭਾ ਜਾਈਏ, ਅਤੇ ਜੇ ਆਪਾਂ ਉਹਨੂੰ ਹੀ ਨਹੀਂ ਭਾਏ, ਉਹਨੂੰ ਹੀ ਨਹੀਂ ਚੰਗੇ ਲੱਗੇ, ਅਤੇ ਫਿਰ ਕੇ ਨਹਾਏ ਕਰੀ, ਫਿਰ ਨਹਾ ਕੇ ਕੀ ਕੀਤਾ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਸਤਿਗੁਰੂ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹੈ। ਗਿਆਨ ਮਹਾਰਸ ਨਹਾਈਐ ਭਾਈ। ਗਿਆਨ ਦਾ ਜਿਹੜਾ ਮਹਾਨ ਰਸ ਹੈ, ਨਾਮ ਦਾ ਜਿਹੜਾ ਆਤਮਿਕ ਰਸ ਹੈ, ਉਹਦੇ ਵਿੱਚ ਜਦੋਂ ਇਸ਼ਨਾਨ ਕਰਦਾ ਜੀਵ, ਫਿਰ ਮਨ ਤਨ ਨਿਰਮਲ ਹੋਏ। ਫਿਰ ਮਨ ਅਤੇ ਤਨ ਜਿਹੜੇ ਆ ਉਹ ਨਿਰਮਲ ਉਜਲੇ ਹੋ ਜਾਂਦੇ, ਫਿਰ ਇਹ ਪਵਿੱਤਰ ਹੋ ਜਾਂਦਾ ਹੈ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇਹ। ਸਤਿਗੁਰੂ ਜੀ ਕਹਿੰਦੇ, ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ, ਤੈਨੂੰ ਛੱਡ ਕੇ ਅਸੀਂ ਕਿਸੇ ਦੇਵੀ ਦੀ 9 ਕਰੋੜ ਦੇਵੀ ਮੰਨੀ ਹੈ, 33 ਕਰੋੜ ਦੇਵਤਾ ਮੰਨਿਆ। ਪੂਜੀਐ ਭਾਈ, ਕਿਉਂ ਉਸ ਦੀ ਪੂਜਾ ਕਰੀਏ? ਕਿਆ ਮੰਗੋ ਕਿਆ ਦੇਹ, ਕੀ ਅਸੀਂ ਉਹਨਾਂ ਦੇ ਕੋਲੋਂ ਮੰਗੀਏ ਅਤੇ ਕੀ ਉਹ ਸਾਨੂੰ ਦੇ ਸਕਦੇ ਆ? ਕੁਝ ਨਹੀਂ ਦੇ ਸਕਦੇ। ਇਹ ਸੰਸਾਰ ਦੇ ਮਾਇਆ ਦੇ ਸਕਦੇ ਆ, ਸੁੱਖ ਦੇ ਸਕਦੇ ਆ, ਕਿਸੇ ਨੂੰ ਕੋਈ ਚੰਗੀ ਜ਼ਮੀਨ ਦਵਾ ਸਕਦੇ ਹੈ, ਕੋਈ ਕੋਠੀ ਦਵਾ ਸਕਦੇ ਹੈ, ਕਾਰ ਦਵਾ ਸਕਦੇ ਹੈ, ਇੰਨੀ ਕੀ ਪਹੁੰਚ ਹੈ। ਪਰ ਜੇ ਮੰਗ ਲਈਏ ਮੁਕਤੀ, ਜੇ ਮੰਗ ਲਈਏ ਜੰਮਣ ਮਰਨ ਘਟ ਦਿਓ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਫਿਰ ਨਹੀਂ, ਉੱਥੇ ਕੋਈ ਵੀ ਖੜ੍ਹਦਾ ਨਹੀਂ। ਜਿਵੇਂ ਭਗਤ ਪੀਪਾ ਜੀ ਦੇ ਬਚਨ ਆਉਂਦੇ ਆ ਨਾ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਕਿ ਸਾਰਾ ਸੰਸਾਰ ਮੰਨਦਾ ਹੈ ਕਿ ਤੂੰ ਭਵਾਨੀ ਹੈ, ਦੇਵੀ ਹੈ, ਸ਼ਕਤੀ ਹੈ, ਪਰ ਜਦੋਂ ਤੇਰੇ ਕੋਲੋਂ ਮੁਕਤੀ ਮੰਗੀ, ਫਿਰ ਕਹਾਂ ਛਪਾਨੀ, ਫਿਰ ਤੂੰ ਅਲੋਪ ਹੀ ਹੋ ਗਈ ਕਿ ਨਹੀਂ, ਇਹ ਦਾਤ ਮੈਂ ਨਹੀਂ ਦੇ ਸਕਦੀ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਆ ਕਿ ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ, ਤੇਰੀ ਪੂਜਾ ਨੂੰ ਛੱਡ ਕੇ ਅਸੀਂ ਹੋਰ ਕਿਸੇ ਦੀ ਅਰਾਧਨਾ ਜਿਹੜੀ ਹੈ ਦੇਵੀ ਦੇਵਤੇ ਦੀ ਨਹੀਂ ਕਰਦੇ। ਕਿਆ ਮੰਗੋ ਕਿਆ ਦੇਹ, ਕੀ ਮੰਗੀਏ, ਕੀ ਦੇ ਸਕਦੇ ਹੈ? ਸਭ ਨੂੰ ਦਾਤਾਂ ਦੇਣ ਵਾਲਾ ਤੂੰ ਦਾਤਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਦਾ ਦਾਤਾ ਇੱਕੋ ਪਰਮੇਸ਼ਰ ਵਾਹਿਗੁਰੂ ਹੈ। ਜਾਚਕ ਅਨੇਕ ਸੋ ਏਕ ਦਵਈਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ। ਕਿ ਉਹ ਪਰਮੇਸ਼ਰ ਵਾਹਿਗੁਰੂ ਦੀਨਾਂ ਦੇ ਦਿਆਲਤਾ ਕਰਨ ਵਾਲਾ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਇੱਦਾਂ ਦਾ ਦਾਤਾ ਹੈ ਕਿ ਜੀਵ ਦੇ ਗੁਨਾਹ ਵੀ ਵੇਖ ਰਿਹਾ ਵੀ ਇਹ ਗੁਨਾਹ ਕਰ ਰਿਹਾ, ਅਵਗੁਣ ਕਰ ਰਿਹਾ, ਫਿਰ ਵੀ ਉਹ ਦਾਤਾਂ ਦਿੰਦਾ, ਫਿਰ ਵੀ ਉਹ ਰਿਜ਼ਕ ਦੇਈ ਜਾਂਦਾ। ਦੂਸਰੇ ਬੰਨੇ ਇਹਨਾਂ ਦੀ ਪੂਜਾ ਹੈ। ਜੇ ਕਿਤੇ ਇਨਸਾਨ
ਜਿਹੜੇ ਇਹਨਾਂ ਨੂੰ ਮੰਨਣ ਪੂਜਣ ਵਾਲੇ ਹੈ, ਨਾ ਕਿਤੇ ਜਾਣ ਤੇ ਅਗਲੇ ਦਿਨ ਹੀ ਸ਼ਰਾਪ ਦੇ ਦਿੰਦੇ ਹੈ, ਅਗਲੇ ਦਿਨ ਹੀ ਸਭ ਕੁਝ ਖਤਮ ਕਰ ਦਿੰਦੇ, ਕਿਉਂਕਿ ਤਮੋ ਗੁਣੀ ਬਿਰਤੀ ਦੇ ਅੰਦਰ ਆਉਂਦੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਤੈਨੂੰ ਛੱਡ ਕੇ ਹੋਰ ਕਿਸੇ ਦੀ ਵੀ ਅਸੀਂ ਪੂਜਾ ਅਰਚਨਾ ਜਿਹੜੀ ਹੈ ਜਾਂ ਕਿਸੇ ਦੇ ਪਾਸੋਂ ਵੀ ਅਸੀਂ ਮੰਗਦੇ ਨਹੀਂ ਹਾਂ। ਪਾਹਣ ਨੀਰ ਪਖਾਲੀਐ ਭਾਈ, ਜਲ ਮਹਿ ਬੂਢਹਿ ਤੇਹ। ਸਤਿਗੁਰੂ ਜੀ ਕਹਿੰਦੇ ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਜਿਵੇਂ ਪਾਹਣ ਪੱਥਰ ਹੁੰਦਾ, ਉਸ ਨੂੰ ਕੋਈ ਪਾਣੀ ਦੇ ਨਾਲ ਪਖਾਲੇ ਧੋਵੇ, ਜਲ ਮਹਿ ਬੂਢਹਿ ਤੇਹ, ਪਰ ਫਿਰ ਵੀ ਉਹ ਜਲ ਦੇ ਵਿੱਚ ਹੀ, ਪਾਣੀ ਦੇ ਵਿੱਚ ਹੀ ਜਾ ਕੇ ਡੁੱਬ ਜਾਂਦਾ। ਪੱਥਰ ਜਿਹੜਾ ਹੈ ਉਹਦਾ ਸੁਭਾਅ ਹੀ ਹੈ ਕਿ ਉਹਨੇ ਪਾਣੀ ਦੇ ਵਿੱਚ ਡੁੱਬ ਜਾਣਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜੇ ਆਪਾਂ ਪੱਥਰ ਦੀ ਹੀ ਪੂਜਾ ਦੇ ਵਿੱਚ ਜੁੜਦੇ ਹਾਂ ਤੇ ਜਿਵੇਂ ਉਹ ਡੁੱਬ ਜਾਂਦੇ ਆ ਉਸੇ ਪ੍ਰਕਾਰ ਤੁਸੀਂ ਡੁੱਬ ਜਾਓਗੇ। ਜਲ ਮਹਿ ਬੂਢਹਿ ਤੇਹ, ਡੁੱਬ ਜਾਓਗੇ ਸੰਸਾਰ ਦੇ ਵਿਸ਼ੇ ਵਾਸ਼ਨਾ ਦੇ ਵਿਕਾਰਾਂ ਦੇ ਸਮੁੰਦਰ ਦੇ ਵਿੱਚ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ ਸਭ ਨੂੰ ਭਾ ਜਾਣ ਵਾਲੇ, ਤੇਰੀ ਪੂਜਾ ਨੂੰ ਛੱਡ ਕੇ ਅਸੀਂ ਹੋਰ ਕਿਸੇ ਦੀ, ਠਾਕੁਰਾਂ ਦੀ ਜਾਂ ਹੋਰ ਕਿਸੇ ਪ੍ਰਕਾਰ ਦੇ ਦੇਵੀ ਦੇਵਤੇ ਦੀ ਪੂਜਾ ਪ੍ਰਤਿਸ਼ਠਾ ਨਹੀਂ ਕਰਦੇ। ਗੁਰ ਬਿਨ ਅਲਖ ਨ ਲਖੀਐ ਭਾਈ, ਜਗ ਬੂਢੈ ਪਤ ਖੋਏ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਗੁਰ ਬਿਨ ਅਲਖ ਨ ਲਖੀਐ। ਗੁਰੂ ਤੋਂ ਬਿਨਾਂ ਜੋ ਅਲੱਖ ਸਰੂਪ ਨਾ ਲਖੇ ਜਾਣ ਵਾਲਾ ਪਰਮੇਸ਼ਰ ਹੈ ਉਹਨੂੰ ਕਿਵੇਂ ਜਾਣ ਸਕਦੇ ਹਾਂ? ਨਹੀਂ ਜਾਣਿਆ ਜਾ ਸਕਦਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਜਿਹਦਾ ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਰੰਗ ਹੈ, ਨਾ ਰੂਪ ਹੈ, ਕੁਝ ਵੀ ਨਹੀਂ ਹੈ ਜਿਸ ਦਾ, ਫਿਰ ਉਸ ਦੀ ਆਪਾਂ ਪੂਜਾ ਕਰਨੀ ਹੈ। ਜਿਹੜਾ ਨਾ ਦਿਸਦਾ ਹੈ, ਨਾ ਉਹਦਾ ਕੋਈ ਰੰਗ ਹੈ, ਨਾ ਰੂਪ ਹੈ, ਉਹਦੀ ਅਰਾਧਨਾ ਕਰਨੀ ਹੈ। ਕਿੱਡਾ ਔਖਾ ਕੰਮ ਹੈ। ਇਨਸਾਨ ਕਹਿੰਦਾ ਵੀ ਜਿਹੜਾ ਦਿਸਦਾ ਹੀ ਨਹੀਂ, ਜਿਹਦਾ ਪਤਾ ਹੀ ਨਹੀਂ, ਕਿਵੇਂ ਪੂਜਾ ਕਰੀਏ ਉਹਦੀ? ਪਰ ਸਤਿਗੁਰੂ ਜੀ ਕਹਿੰਦੇ ਗੁਰੂ ਦੱਸਦਾ ਵੀ ਉਹ ਕਿਵੇਂ ਦਿਸਦਾ, ਕਿਵੇਂ ਉਹਦੀ ਪੂਜਾ ਹੁੰਦੀ ਹੈ, ਕਿਵੇਂ ਉਹਦੀ ਅਰਾਧਨਾ ਹੁੰਦੀ ਹੈ। ਗੁਰੂ ਆਪਣੇ ਨਾਮ ਦੁਆਰਾ, ਆਪਣੇ ਉਪਦੇਸ਼ਾਂ ਦੁਆਰਾ ਬਖਸ਼ਿਸ਼ ਕਰਦਾ ਹੈ ਕਿ ਉਹ ਜੋ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਹੈ ਉਹ ਤੇਰਾ ਆਪਾ ਕਿਵੇਂ ਹੈ, ਉਹਦੀ ਪਛਾਣ ਕਿਵੇਂ ਹੁੰਦੀ ਹੈ, ਉਹਦੇ ਨਾਲ ਜੁੜ ਕਿਵੇਂ ਤੂੰ ਸਕਦਾ। ਇਹ ਸਭ ਦਾਤਾਂ ਜਿਹੜੀਆਂ ਗੁਰੂ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦੀਆਂ। ਜਗ ਬੂਢੈ ਪਤ ਖੋਏ, ਪਰ ਸਤਿਗੁਰੂ ਜੀ ਕਹਿੰਦੇ ਗੁਰੂ ਦਾ ਪੱਲਾ ਛੱਡ ਕੇ ਇਹ ਜਗਤ ਜਿਹੜਾ ਬੂਢਾ ਕਹੀਏ ਡੁੱਬ ਰਿਹਾ, ਆਪਣੀ ਪਤ ਇੱਜ਼ਤ ਜਿਹੜੀ ਹੈ ਉਸ ਨੂੰ ਗਵਾ ਰਿਹਾ। ਗੁਰ ਬਿਨ ਤਰਿਓ ਨਾ ਕੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਸਤਿਗੁਰੂ ਜੀ ਕਹਿੰਦੇ ਬ੍ਰਹਮਾ ਜੀ, ਨਾਰਦ ਜੀ, ਵੇਦ ਵਿਆਸ ਜੀ, ਕਿੱਡੇ ਕਿੱਡੇ ਵੱਡੇ ਦੇਵਤੇ ਰਿਸ਼ੀ ਮੁਨੀ ਹੋਏ, ਉਹਨਾਂ ਤੋਂ ਪੁੱਛ ਲਓ, ਗੁਰੂ ਤੋਂ ਬਿਨਾਂ ਕੋਈ ਨਹੀਂ ਤਰ ਸਕਦਾ। ਭਾਈ ਰੇ ਗੁਰ ਬਿਨ ਤਰਿਆ ਨਾ ਕੋਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰਾ ਹੀ ਉਹ ਪਰਮੇਸ਼ਰ ਵਾਹਿਗੁਰੂ ਜੋ ਅਲੱਖ ਹੈ, ਨਹੀਂ ਲਿਖਿਆ ਜਾਂਦਾ, ਉਹਦੀ ਜੀਵ ਨੂੰ ਸਮਝ ਤੇ ਉਹਦੀ ਗਿਆਨ ਜਿਹੜਾ ਪ੍ਰਾਪਤ ਹੁੰਦਾ ਹੈ। ਮੇਰੇ ਠਾਕੁਰ ਹਾਥ ਵਡਾਈਆ ਭਾਈ, ਜੈ ਭਾਵੈ ਤੈ ਦੇ। ਸਤਿਗੁਰੂ ਜੀ ਬਚਨ ਕਰਦੇ ਆ ਇਹ ਸਭ ਨੂੰ ਪਾਉਣ ਵਾਲੇ ਪਰਮੇਸ਼ਰ ਵਾਹਿਗੁਰੂ ਤੇਰੇ ਹੱਥ ਦੇ ਵਿੱਚ ਹੀ ਸਾਰੀਆਂ ਵਡਿਆਈਆਂ, ਤੇਰੇ ਹੱਥ ਦੇ ਵਿੱਚ ਹੀ ਸਾਰੀਆਂ ਦਾਤਾਂ ਹਨ। ਜੈ ਭਾਵੈ ਤੈ ਦੇ, ਜਿਹੜੇ ਤੈਨੂੰ ਭਾ ਜਾਂਦੇ ਹੈ ਉਹਨਾਂ ਨੂੰ ਤੂੰ ਪਰਮੇਸ਼ਰ ਵਾਹਿਗੁਰੂ ਇਹ ਸਾਰੀਆਂ ਦਾਤਾਂ ਦੇ ਦਿੰਦਾ ਹੈ। ਬਈਰ ਬੋਲੇ ਮੀਠੁਲੀ ਭਾਈ, ਸਾਚ ਕਹਿ ਪਿਰ ਭਾਏ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬਚਨ ਕਰਦੇ ਆ, ਬਈਰ ਨਾਮ ਹੁੰਦਾ ਇਸਤਰੀ ਦਾ। ਬਾਂਗਰ ਬੋਲੀ ਦੇ ਅੰਦਰ ਬਈਰ ਇਸਤਰੀ ਨੂੰ ਕਹਿੰਦੇ ਆ ਕਿ ਜਿਵੇਂ ਇੱਕ ਇਸਤਰੀ ਬੋਲੇ ਮੀਠੁਲੀ, ਉਹ ਮਿੱਠੇ ਬਚਨ ਬੋਲਦੀ ਹੈ, ਉਹਦਾ ਸੁਭਾਅ ਬੜਾ ਮਿੱਠਾ ਹੈ, ਉਹਦੇ 'ਚ ਗੁਣ ਬੜੇ ਜਿਹੜੇ ਆ ਉਹ ਉੱਚ ਦਰਜੇ ਦੇ ਹੈ, ਅਤੇ ਉਹ ਸਾਚ ਕਹਿ ਪਿਰ ਭਾਏ, ਫਿਰ ਉਹ ਸੱਚ ਕਹਿੰਦੀ ਹੈ ਅਤੇ ਫਿਰ ਉਹ ਆਪਣੇ ਪਤੀ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਜਿਸ ਇਸਤਰੀ ਦੇ ਅੰਦਰ ਚੰਗੇ ਗੁਣ ਹੈ, ਚੰਗੀਆਂ ਵਿਚਾਰਾਂ ਹਨ, ਪਤੀ ਦੇ ਪ੍ਰਤੀ ਜਿਸ ਦੇ ਮਨ ਦੇ ਅੰਦਰ ਸਤਿਕਾਰ ਅਤੇ ਸ਼ਰਧਾ ਹੈ, ਇੱਜ਼ਤ ਹੈ, ਉਹ ਸੁਖੀ ਵਸਦੀ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਸੁਭਾਅ ਦੇ ਅੰਦਰ ਮਿਠਾਸਤਾ ਹੈ, ਜਿਨ੍ਹਾਂ ਦੇ ਅੰਦਰ ਚੰਗੇ ਗੁਣ ਹਨ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ,
ਇਸੇ ਪ੍ਰਕਾਰ ਸਤਿਗੁਰਾਂ ਨੇ ਕਿਹਾ ਮਿੱਠਤ ਨੀਵੀਂ ਨਾਨਕਾ, ਨਿਮਰਤਾ ਵੀ ਇੱਕ ਮਿੱਠਾ ਹੈ। ਜਿਹੜਾ ਇਹਦੇ ਵਿੱਚ ਰਹਿੰਦਾ ਹੈ ਤੇ ਸਾਚ ਕਹੈ, ਆਪਣੀ ਰਸਨਾ ਤੋਂ ਸੱਚੇ ਬਚਨ ਕਹਿੰਦਾ ਹੈ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਜਿਹੜੇ ਬਚਨ ਗੁਰੂ ਨੇ ਕਹੇ ਹੈ ਕਿ ਸੱਚ ਬੋਲਣਾ, ਧਰਮ ਦੇ ਵਿੱਚ ਰੰਗਿਆ ਹੋਇਆ ਸੱਚ ਬੋਲਣਾ, ਇਹ ਜਿਹੜਾ ਆਪਣੀ ਰਸਨਾ ਤੋਂ ਕਹਿੰਦਾ ਪਿਰ ਭਾਏ, ਉਹ ਆਪਣੇ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਭਾ ਜਾਂਦਾ, ਚੰਗਾ ਲੱਗਦਾ ਹੈ। ਬਿਰਹੈ ਬੇਦੀ ਸੱਚ ਵਸੀ ਭਾਈ, ਅਦਕ ਰਹੀ ਹਰ ਨਾਏ। ਸਤਿਗੁਰੂ ਜੀ ਕਹਿੰਦੇ ਹਨ ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਬਿਰਹੈ ਬੇਦੀ, ਜਿਵੇਂ ਇੱਕ ਪਤੀ ਨੂੰ ਰੱਬ ਕਰਕੇ ਮੰਨਣ ਵਾਲੀ ਇਸਤਰੀ ਉਹਦਾ ਪਤੀ ਤੋਂ ਵਿਛੋੜਾ ਹੋ ਜਾਏ ਤੇ ਉਹ ਬਿਰਹੋਂ ਦੇ ਵਿੱਚ ਚਲੀ ਜਾਂਦੀ ਹੈ, ਵਿਛੋੜੇ ਦੇ ਵਿੱਚ ਚਲੀ ਜਾਂਦੀ ਹੈ ਤੇ ਉਹ ਵਿਛੋੜੇ ਦੇ ਵਿੱਚ ਐਸੀ ਵਿੰਨੀ ਜਾਂਦੀ ਹੈ, ਅੱਠੇ ਪਹਿਰ ਆਪਣੇ ਪਤੀ ਨੂੰ ਚੇਤੇ ਕਰਦੀ ਹੈ। ਬਿਰਹੋ ਦੀ ਇੱਕ ਐਸੀ ਅਵਸਥਾ ਹੈ ਕਿ ਜਿੱਥੇ ਪ੍ਰੇਮ ਤੇ ਵਿਛੋੜਾ ਦੋਵਾਂ ਦੀ ਜਿਹੜੀ ਸਾਂਝੀ ਅਵਸਥਾ ਹੈ, ਪ੍ਰੇਮ ਵੀ ਹੈ, ਅਥਾਹ ਪ੍ਰੇਮ ਹੈ, ਤੇ ਦੂਸਰੇ ਬੰਨੇ ਉਹਦੇ ਤੋਂ ਵਿਛੋੜਾ ਵੀ ਹੈ ਜਿਹਦੇ ਨਾਲ ਪ੍ਰੇਮ ਹੈ। ਉਹ ਜਿਹੜੀ ਸਾਂਝੀ ਅਵਸਥਾ ਉਸ ਨੂੰ ਬਿਰਹੋਂ ਕਹਿੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਪ੍ਰੇਮ ਵੀ ਬੇਅੰਤ ਹੈ ਤੇ ਵਿਛੋੜਾ ਵੀ ਹੈ, ਤੇ ਫਿਰ ਉਹ ਵਿਛੋੜੇ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜੇ ਹੋਏ ਵਿੰਨੇ ਹੋਏ ਪਰਮੇਸ਼ਰ ਦੇ ਨਾਮ ਦੇ ਵਿੱਚ ਸੱਚ ਵਸੀ ਭਾਈ, ਉਹਨਾਂ ਦੇ ਅੰਦਰ ਸੱਚ ਵਸ ਜਾਂਦਾ। ਅਦਕ ਰਹੀ ਹਰ ਨਾਏ, ਫਿਰ ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਅਦਕ ਕਰਕੇ, ਬਹੁਤ ਜ਼ਿਆਦਾ ਕਰਕੇ ਚੇਤੇ ਕਰਦੇ, ਅੱਠੇ ਪਹਿਰ ਫਿਰ ਪਰਮੇਸ਼ਰ ਦੇ ਨਾਮ ਦਾ ਹੀ ਚਿੰਤਨ ਕਰਦੇ। ਕਿਉਂਕਿ ਜਿਨ੍ਹਾਂ ਦੇ ਅੰਦਰ ਵਿਛੋੜੇ ਦੀ ਤਾਂਘ ਲੱਗ ਗਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਵਿਛੜੇ ਹਾਂ, ਫਿਰ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਪ੍ਰੇਮ ਤੇ ਵਿਛੋੜਾ, ਇਹ ਦੋਵੇਂ ਚੀਜ਼ਾਂ ਦੇ ਵਿੱਚ ਜਦੋਂ ਜੀਵ ਨਾਮ ਤੇ ਸਿਮਰਨ ਦੇ ਵਿੱਚ ਇੰਨਾ ਜੁੜ ਜਾਂਦਾ, ਇੰਨਾ ਅਭਿਆਸ ਕਰਨ ਲੱਗ ਜਾਂਦਾ, ਉਹ ਹੁੰਦਾ ਬਿਰਹੋਂ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਜਿਨ੍ਹਾਂ ਦੇ ਅੰਦਰ ਮਨੁੱਖਾ ਜਨਮ ਧਾਰਨ ਕਰਕੇ ਬਿਰਹੋਂ ਹੀ ਨਹੀਂ ਪੈਦਾ ਹੋਈ, ਤਾਂਘ ਹੀ ਨਹੀਂ ਪੈਦਾ ਹੋਈ, ਇੱਛਾ ਹੀ ਨਹੀਂ ਪੈਦਾ ਹੋਈ, ਉਹਨਾਂ ਦਾ ਆਉਣਾ ਕੀ ਹੈ ਸੰਸਾਰ 'ਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਵਿਛੋੜੇ ਦੇ ਵਿੱਚ ਉਹਨਾਂ ਦੇ ਕਰਕੇ ਨਾਮ ਦੇ ਵਿੱਚ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਵੱਧ ਲੱਗਦੀ ਹੈ। ਸਭ ਕੋ ਆਖੈ ਆਪਣਾ ਭਾਈ, ਗੁਰ ਤੇ ਬੁੱਝੈ ਸੁਜਾਨ। ਸਤਿਗੁਰੂ ਜੀ ਕਹਿੰਦੇ ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ, ਸਭ ਕੋਈ ਆਖਦਾ ਕਿ ਮੈਂ ਆਪਣਾ ਹਾਂ, ਸਭ ਕੋਈ ਕਹਿੰਦਾ ਕਿ ਸਾਰੇ ਸਾਡੇ ਹੈ, ਜਾਂ ਸਭ ਕੋ ਆਖੈ ਆਪਣਾ, ਹਰੇਕ ਬੰਦਾ ਕਹਿੰਦਾ ਕਿ ਮੇਰੀ ਗੱਲ ਜਿਹੜੀ ਆ ਉਹ ਸਹੀ ਹੈ। ਸਭ ਕੋਈ ਕਹਿੰਦਾ ਕਿ ਮੈਂ ਸਹੀ ਕਹਿ ਰਿਹਾ, ਮੇਰੀ ਵਿਚਾਰ ਸਹੀ ਹੈ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਕਿ ਅਸੀਂ ਪਾ ਲਿਆ, ਪਰ ਸਤਿਗੁਰੂ ਜੀ ਕਹਿੰਦੇ ਗੁਰ ਤੇ ਬੁੱਝੈ ਸੁਜਾਨ। ਇਹ ਗੁਰੂ ਤੋਂ ਹੀ ਬੁੱਝਿਆ ਜਾ ਸਕਦਾ ਕਿ ਸੁਜਾਨ ਤੇ ਸਿਆਣਾ ਕੌਣ ਹੈ। ਜਿਹਨੂੰ ਗੁਰੂ ਕਹਿ ਦੇਵੇ ਵੀ ਹਾਂ ਇਹਦੇ ਅੰਦਰ ਵਸ ਗਿਆ ਉਹ ਸੱਚਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ, ਇਹ ਸੁਜਾਨ ਤੇ ਸੱਚਾ ਹੈ। ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਗੁਰੂ ਦੁਆਰਾ ਹੀ ਅਸਲੀ ਸੂਝ, ਅਸਲੀ ਗਿਆਨ ਜਿਹੜਾ ਉਹਨੂੰ ਜੀਵ ਬੁੱਝਦਾ ਹੈ। ਜੋ ਬੀਦੇ ਸੋ ਉਬਰੇ ਭਾਈ, ਸ਼ਬਦ ਸੱਚਾ ਨਿਸ਼ਾਨ। ਸਤਿਗੁਰੂ ਜੀ ਕਹਿੰਦੇ ਇਹ ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਜਿਹੜੇ ਤੇਰੇ ਨਾਮ ਦੇ ਵਿੱਚ ਵਿੰਨੇ ਗਏ ਉਹ ਤਰ ਗਏ ਸੰਸਾਰ ਤੋਂ। ਸ਼ਬਦ ਸੱਚਾ ਨਿਸ਼ਾਨ, ਜਿਨ੍ਹਾਂ ਦੇ ਕੋਲੇ ਸੱਚੇ ਸ਼ਬਦ ਦਾ ਨਿਸ਼ਾਨ ਚਿੰਨ੍ਹ ਹੈ, ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਕਮਾ ਕੇ ਮੋਹਰ ਲਵਾ ਲਈ ਜੀਵਨ 'ਤੇ, ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ। ਈਦਨ ਅਦਕ ਸਕੇਲੀ ਹੈ ਭਾਈ, ਪਾਵਕ ਰੰਚਕ ਪਾਏ। ਸਤਿਗੁਰੂ ਜੀ ਅੱਗੇ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਦੱਸਦੇ ਆ ਕਿ ਜਿਵੇਂ ਈਂਧਣ ਲੱਕੜਾਂ ਹੁੰਦੀਆਂ, ਜਾਂ ਕੋਈ ਵੀ ਬਾਲਣ ਲੈ ਲਓ, ਜਿਵੇਂ ਕੋਈ ਚੀਜ਼ ਜਿਹੜੀ ਅੱਗ ਨੂੰ ਛੇਤੀ ਪ੍ਰਵਾਨ ਕਰ ਲੈਂਦੀ ਹੈ, ਜਿਹਦੇ ਨਾਲ ਅੱਗ ਛੇਤੀ ਲੱਗ ਜਾਂਦੀ ਹੈ, ਜਿਹਨੂੰ ਕੋਈ ਵੀ ਈਂਧਨ ਹੈ, ਕੋਈ ਲੱਕੜਾਂ ਹਨ, ਉਹਨਾਂ ਦਾ ਢੇਰ ਆਪਾਂ ਅਦਕ ਸਕੇਲੀ ਹੈ, ਬਹੁਤੀਆਂ ਇਕੱਠੀਆਂ ਕਰ ਲਈਆਂ, ਪਾਵਕ ਰੰਚਕ ਪਾਏ। ਪਰ ਇੱਕ ਡੱਬੀ ਦੀ ਤੀਲ ਜਿਹੜੀ ਹੈ ਕਿੰਨੀ ਛੋਟੀ ਹੁੰਦੀ ਹੈ ਅਤੇ ਬੜਾ ਥੋੜ੍ਹਾ ਜਿਹਾ ਉਹਦੇ 'ਤੇ ਮਸਾਲਾ ਲੱਗਿਆ ਹੁੰਦਾ, ਅਤੇ ਕਿੰਨੀਆਂ ਲੱਕੜਾਂ ਹੋਣ, ਇੱਕ ਡੱਬੀ ਦੀ ਤੀਲ ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਖਿਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ।
ਸਭ ਨੂੰ ਭਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਜੇ ਖਿਣ ਮਾਤਰ ਵੀ, ਪਲ ਮਾਤਰ ਵੀ, ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਨਾਮ ਹਿਰਦੈ ਵਸੈ, ਕਿ ਤੇਰਾ ਨਾਮ ਪਰਮੇਸ਼ਰ ਵਾਹਿਗੁਰੂ ਜੇ ਹਿਰਦੇ 'ਚ ਵਸ ਜਾਏ ਤੇ ਮਿਲਣ ਸੁਭਾਏ, ਫਿਰ ਜੀਵ ਦਾ ਜਿਹੜਾ ਸੁਭਾਅ ਹੈ ਸੁਤੇ ਸਿੱਧੀ ਤੇਰੇ ਨਾਲ ਜਿਹੜਾ ਮਿਲਣਾ ਹੈ, ਮਿਲਾਪ ਹੈ, ਉਹ ਹੋ ਸਕਦਾ ਜੇ ਤੇਰਾ ਨਾਮ ਪਰਮੇਸ਼ਰ ਥੋੜ੍ਹੇ ਮਾਤਰ ਹੀ ਅੰਦਰ ਵਸ ਜਾਏ। ਜਿਵੇਂ ਇੱਕ ਅੱਗ ਦੀ ਚਿੰਗਿਆੜੀ ਕਿੰਨੀਆਂ ਲੱਕੜਾਂ ਨੂੰ ਸੁਆਹ ਕਰ ਦਿੰਦੀ ਹੈ, ਪਰਮੇਸ਼ਰ ਦੇ ਨਾਮ ਦੀ ਐਸੀ ਮਹਾਨਤਾ ਹੈ, ਐਸੀ ਪਰਮੇਸ਼ਰ ਦੇ ਨਾਮ ਦੀ ਬਰਕਤ ਹੈ ਕਿ ਜੇ ਕਿਸੇ ਨੇ ਥੋੜ੍ਹਾ ਵੀ ਜਪ ਲਿਆ ਨਾ ਤੇ ਉਹਦਾ ਵੀ ਲਾਭ ਬੜਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਜੀਵਨ ਦੇ ਅੰਦਰ ਏਕ ਚਿੱਤ ਜਿਹ ਇਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨ੍ਹਾਂ ਨੇ ਇੱਕ ਛਿਣ ਮਾਤਰ, ਖਿਣ ਮਾਤਰ ਹੀ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰ ਲਿਆ ਤੇ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ, ਕਿਉਂਕਿ ਨਾਮ ਦਾ ਰਸ ਹੀ ਐਸਾ। ਜਦੋਂ ਇਨਸਾਨ ਥੋੜ੍ਹੇ ਸਮੇਂ ਤੋਂ ਹੀ ਇਹ ਸ਼ੁਰੂ ਹੁੰਦਾ, 5 ਮਿੰਟਾਂ ਤੋਂ 10 ਮਿੰਟਾਂ ਤੋਂ ਜਿਹੜੇ ਨੇ ਸ਼ੁਰੂ ਕਰ ਲਿਆ ਫਿਰ ਉਹ ਵੱਧਦਾ ਜਾਂਦਾ ਹੌਲੀ ਹੌਲੀ। ਇਸ ਪ੍ਰਕਾਰ ਜਿਵੇਂ ਜਿਵੇਂ ਉਹ ਨਾਮ ਦੇ ਵੱਲ ਵੱਧਦਾ ਜਾਂਦਾ ਉਵੇਂ ਉਵੇਂ ਪਾਪ ਗੁਨਾਹ ਜਿਹੜੇ ਆ ਉਹ ਸੜਦੇ ਜਾਂਦੇ ਆ, ਸਵਾਹ ਹੋਈ ਜਾਂਦੇ ਆ। ਅਤੇ ਜਿਹੜੀ ਚੀਜ਼ ਸਵਾਹ ਹੋ ਜਾਏ ਉਹ ਫਿਰ ਕੋਈ ਅੱਗੇ ਫਲ ਨਹੀਂ ਦੇ ਸਕਦੀ। ਜਿਵੇਂ ਦਾਣਾ ਉਹ ਉੱਗਦਾ ਜਿਹਨੂੰ ਸੇਕ ਨਾ ਲੱਗਿਆ ਹੋਵੇ, ਜਿਸ ਦਾਣੇ ਨੂੰ ਸੇਕ ਲੱਗ ਜਾਏ ਉਹ ਉੱਗ ਨਹੀਂ ਸਕਦਾ, ਉਹਦੇ ਤੋਂ ਅੱਗੇ ਬੂਟੇ ਨਹੀਂ ਬਣਦੇ। ਇਸੇ ਪ੍ਰਕਾਰ ਹੀ ਜਿਨ੍ਹਾਂ ਦੇ ਕਰਮ ਸੜ ਗਏ, ਸਵਾਹ ਹੋ ਗਏ, ਫਿਰ ਉਹਨਾਂ ਦਾ ਕੀ ਫਲ ਰਹਿ ਗਿਆ? ਸਭ ਕੁਝ ਖਤਮ ਹੋ ਗਿਆ। ਫਿਰ ਉਹਨਾਂ ਦਾ ਜੀਵਨ ਜਿਹੜਾ ਸਾਫ਼ ਅਤੇ ਸੁਥਰਾ ਅਤੇ ਉਜਲਾ ਹੋ ਗਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਸੁੰਦਰ ਵਿਚਾਰਾਂ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਆਪਾਂ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਮਤ ਬੁੱਧ ਦੁਆਰਾ ਸਾਂਝਿਆਂ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਵਿਚਾਰਾਂ ਆਪਣੇ ਸਾਰਿਆਂ ਦੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਸੰਪੂਰਨ ਹੁੰਦੇ ਹੈ। ਅੱਗੇ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਪ੍ਰਾਰੰਭ ਹੁੰਦੇ ਹਨ, ਜਿਨ੍ਹਾਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਪ੍ਰਾਰੰਭ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਈਦਨ ਅਦਕ ਸਕੇਲੀਐ ਭਾਈ, ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ